ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਜੀਅ ਜੰਤ ਕੇ ਠਾਕੁਰਾ, ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ, ਦੂਜਾ ਕਹ ਦ੍ਰਿਸ਼ਟਾਰ। ਜੀਅ ਜੰਤ ਕੇ ਠਾਕੁਰਾ, ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ, ਦੂਜਾ ਕਹ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥਾ, ਆਪ ਸੁਨਨਹਾਰ। ਆਪਹਿ ਏਕ, ਆਪ ਵਿਸਥਾਰ। ਜਾ ਤਿਸ ਭਾਵਾ, ਤਾ ਸ੍ਰਿਸ਼ਟ ਉਪਾਏ। ਆਪਨਾ ਭਾਣਾ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ। ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਉ ਆਪ ਬੁਝਾਏ। ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਸੋ ਸਮਦਰਸੀ ਤਤ ਕਾ ਬੇਤਾ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਵਿਰਾਜਮਾਨ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਜੁਗੋ ਜੁਗ ਅਟਲ, ਸ਼ਬਦਾ ਅਵਤਾਰ, ਕਿਰਪਾ ਦੇ ਸਾਗਰ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਦਰਸ਼ਨ ਦੀਦਾਰ ਕਰਦੇ ਹੋਏ ਸਤ ਸੰਗਤ ਦੀਆਂ ਘੜੀਆਂ ਦਾ ਸੁੱਖ ਮਾਣ ਰਹੇ ਹੋ। ਸਤ ਸੰਗਤ ਜੀ, ਅੱਜ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਉੱਪਰ ਬੈਠਣ ਦਾ ਦਿਨ ਹੈ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿੱਥੇ ਅਵਤਾਰ ਹੋਇਆ, ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਭਾਗ ਲਾਏ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਿਆ, ਸਿਮਰੋ ਸ਼੍ਰੀ ਹਰਿ ਰਾਏ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿਮਰੋ ਗੁਰਸਿੱਖੋ, ਸ਼ਰਧਾ ਤੇ ਪਿਆਰ ਲਾ ਕਰਕੇ ਨਿਰਵੈਰ ਸਤਿਗੁਰੂ ਜੀ ਨੂੰ ਅੱਜ ਦੇ ਦਿਨ ਗੁਰਿਆਈ ਤਖਤ ਆਪਣੇ ਦਾਦਾ ਸਤਿਗੁਰੂ ਧਰਮਵੀਰ ਸਤਿਗੁਰੂ ਜੀ
ਬਲੀ ਬਹਾਦਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਬਖਸ਼ਿਸ਼ ਕੀਤਾ ਸੀ। ਮਹਾਰਾਜ ਜੀ ਨੇ ਆਗਿਆ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿ ਅਸੀਂ ਅੱਜ ਤੋਂ ਫਲਾਣੇ ਦਿਨ ਨੂੰ ਸੱਚਖੰਡ ਚਾਲਾ ਮਾਰਨਾ, ਤੇ ਮਹਾਰਾਜ ਜੀ ਨੇ ਸੰਸਾਰ ਭਰ ਤੋਂ ਸਿੱਖੀ ਨੂੰ ਸੱਦੇ ਦਿੱਤੇ ਸੀ। ਬਹੁਤ ਵੱਡਾ ਇਕੱਠ, ਜਦੋਂ ਤੱਕ ਕਿ ਮਹਾਰਾਜ ਨੇ ਸੀਸ ਨਹੀਂ ਸੀ ਝੁਕਾਇਆ 5 ਪੈਸੇ ਤੇ ਨਾਰੀਅਲ ਭੇਟ ਕਰਕੇ, ਸਿੱਖ ਹੈਰਾਨ ਸਨ ਕਿ ਮਹਾਰਾਜ ਕਿਹਨੂੰ ਗੁਰਿਆਈ ਦੇਣਗੇ, ਕਿਉਂਕਿ ਇਹ ਭੇਦ ਤਾਂ ਸਤਿਗੁਰੂ ਹੀ ਜਾਣਦੇ ਹੁੰਦੇ। ਗੁਰਸਿੱਖਾਂ ਦੇ ਮਨ ਬੜੇ ਇਕਾਗਰ ਨੇ, ਹਰ ਇੱਕ ਦੀ ਨਿਗਾਹ ਮਹਾਰਾਜ ਦੇ ਉੱਪਰ ਟਿਕੀ ਹੋਈ ਹੈ। ਅੱਜ ਦੇ ਦਿਨ ਕੀਰਤਪੁਰ ਸਾਹਿਬ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਅਸਥਾਨ ਤੇ ਵੱਡਾ ਦੀਵਾਨ ਸਜਿਆ ਸੀ। ਜਦੋਂ ਸਜੇ ਹੋਏ ਦੀਵਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਦੇਣ ਵਾਸਤੇ ਆਏ ਹੈ। ਬੇਸ਼ੁਮਾਰ ਸੰਗਤਾਂ ਦਾ ਇਕੱਠ ਹੈ। ਹਜ਼ੂਰ ਦੀ ਧੁਰ ਕੀ ਬਾਣੀ ਦਾ ਕੀਰਤਨ ਹੁੰਦਾ। ਸੱਚੇ ਪਾਤਸ਼ਾਹ ਜੀ ਆਪਣੇ ਪੋਤਰੇ ਨੂੰ ਨਾਲ ਲੈ ਕੇ ਆਏ, ਨਾਲ ਬੇਸ਼ੁਮਾਰ ਸਿੱਖਾਂ ਦੀ ਫੌਜ ਵੀ ਹੈ। ਪਿੱਛੇ ਮਹਾਰਾਜ ਦੇ ਉਹ ਸਿੱਖ ਚੱਲ ਰਹੇ ਹੈ ਜਿਨ੍ਹਾਂ ਨੇ ਹਜ਼ੂਰ ਦੀ ਤਾਬਿਆ ਬੜਾ ਬੜਾ ਪੁਰਸ਼ਾਰਥ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਏ ਹੈ, ਭੋਗ ਪਿਆ ਹੈ, ਤੇ ਸਭ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ। ਸਤਿਗੁਰਾਂ ਜੀ ਨੇ ਉਸ ਵਕਤ ਆਪਣੇ ਪੋਤਰੇ ਦੀਆਂ ਦੋਵੇਂ ਬਾਜੂਆਂ ਪਕੜ ਕੇ ਮਹਾਰਾਜ ਜੀ ਨੇ ਆਪਣੇ ਤਖਤ ਤੇ ਬੈਠਣ ਵਾਸਤੇ ਸਤਿਗੁਰਾਂ ਜੀ ਨੇ ਕਿਹਾ। ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਜੀਵਨ ਪ੍ਰਯੰਤ ਆਪਣੇ ਦਾਦਾ ਸਤਿਗੁਰੂ ਜੀ ਦੀ ਸਿੱਖਿਆ ਨੂੰ ਜਿਨ੍ਹਾਂ ਨੇ ਦ੍ਰਿੜਾਇਆ ਹੈ, ਹਜ਼ੂਰ ਦੀ ਨੀਵੀਂ ਪਈ ਹੋਈ ਹੈ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਭਾਈ ਪੁਰਖਾ ਇਸ ਤਖਤ ਦੇ ਉੱਪਰ ਆਪ ਸਜਣਾ ਕਰੋ। ਸੰਗਤਾਂ ਜਾਣ ਗਈਆਂ ਨੇ ਜਦੋਂ ਮਹਾਰਾਜ ਇਹ ਵਾਕ ਕਹੇ ਹੈ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਥਾਂ ਬਿਠਾ ਕਰਕੇ ਮਹਾਰਾਜ ਜੀ ਨੇ 5 ਪੈਸੇ ਤੇ ਨਾਰੀਅਲ ਵੱਡਿਆਂ ਸਤਿਗੁਰਾਂ ਦੀ ਚਲਾਈ ਮਰਿਆਦਾ ਨੂੰ ਸੰਪੂਰਨ ਕੀਤਾ, ਤੇ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ 4 ਪਰਿਕਰਮਾ ਕਰਕੇ ਵੇਖੋ। ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਮਹਾਰਾਜ ਦਾਦਾ ਜੀ ਲੱਗਦੇ ਐ, ਪਰ ਮੱਥਾ ਆਪਣੇ ਪੋਤਰੇ ਨੂੰ ਟੇਕ ਰਹੇ। ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ ਤੇ ਆਪਣੀ ਗੁਰਿਆਈ ਦੀ ਜੋਤ ਗੁਰੂ ਹਰਿ ਰਾਏ ਸਾਹਿਬ ਜੀ ਦੇ ਅੰਦਰ ਟਿਕਾ ਦਿੱਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਮਰਿਆਦਾ ਚਲਾਈ, ਨਾਨਕ ਅੰਗਦ ਕੋ ਬਪ ਧਰਾ, ਪੰਥ ਪ੍ਰਚੁਰ ਜਗ ਮੈਂ ਇਹੋ ਕਰਾ। ਮਹਾਰਾਜ ਜੀ ਨੇ ਪੰਥ ਨੂੰ, ਜਗਤ ਦੇ ਅੰਦਰ ਇਸ ਉਪਦੇਸ਼ ਨੂੰ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਚਾਰਨਾ ਕੀਤਾ। ਕਦੋਂ? ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਦਾ ਰੂਪ ਧਾਰਨ ਕਰ ਲਿਆ। ਫਿਰ ਸੱਚੇ ਪਾਤਸ਼ਾਹ ਨੇ ਵੱਡਿਆਂ ਸਤਿਗੁਰਾਂ ਦਾ ਜ਼ਿਕਰ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਇਸ ਗੁਰਿਆਈ ਤਖਤ ਦੇ ਮਾਲਕ ਹੋਏ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਤਿੰਨ ਤੇ ਰਾਮਦਾਸ ਭਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਤੋਂ ਹੋਏ। ਰਾਮਦਾਸ ਹਰਸਿਓ ਮਿਲ ਗਏ, ਗੁਰਤਾ ਦੇਤ ਅਰਜਨ ਹੈ ਭਏ। ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਤਖਤ ਦੇ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋਤੀ ਲੀਨ ਹੋ ਗਏ। ਤੇ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਤਖਤ ਦਿੱਤਾ। ਤੇ ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਹ ਠਾਂ ਹਰੀ ਰਾਏ ਬੈਠਾਏ। ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਥਾਂ ਤੇ ਬਿਠਾਇਆ। ਤਿੰਨ ਤੇ ਹਰ ਕ੍ਰਿਸ਼ਨ ਭਏ। ਫਿਰ ਗੁਰੂ ਹਰਿ ਰਾਏ ਸਾਹਿਬ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਹੋਏ। ਤੇ ਸਾਧ ਸੰਗਤ ਜੀ, ਜਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜ਼ਿਕਰ ਕਰਦੇ ਆ ਨਾ ਹਜੂਰ, ਤਾਂ ਸਤਿਗੁਰੂ ਜੀ ਪੰਕਤੀ ਉਠਾਉਂਦੇ ਆ, ਤਿਲਕ ਜਨਿਊ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਇਹ ਸੱਚੇ ਪਾਤਸ਼ਾਹ ਜੀ ਨੇ ਗੁਰਦੇਵ ਦੀ ਸ਼ਹਾਦਤ ਦਾ ਆਪਣੀ ਕਲਮ ਨਾਲ ਜ਼ਿਕਰ ਕੀਤਾ। ਮਹਾਰਾਜ ਜੀ ਨੇ
ਅੱਜ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਤਖਤ ਤੇ ਬੈਠਣ ਦਾ ਦਿਨ ਹੈ, ਜਿਨ੍ਹਾਂ ਨੇ ਆਪਣੇ ਬਚਨਾਂ ਦੇ ਜ਼ੋਰ ਨਾਲ ਕੰਗਾਲਾਂ ਨੂੰ ਰਾਜੇ ਬਣਾ ਦਿੱਤਾ। ਬੈਠੇ ਪਦਵੀਆਂ ਤੇ ਪਾਤਸ਼ਾਹੀਆਂ ਮਾਣਦੇ ਆ। ਗੁਰੂ ਹਰਿ ਰਾਏ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੇ। ਸੱਚੇ ਪਾਤਸ਼ਾਹ ਇੰਨੇ ਨਿਰਵਾਇਰ ਸੀ ਕਿ ਆਪਣੇ ਦਵਾਖਾਨੇ ਚੋਂ ਦਾਰਾ ਸ਼ਿਕੋ ਦਾ ਇਲਾਜ ਮਹਾਰਾਜ ਜੀ ਨੇ ਕਰਨ ਲਈ ਦਵਾਈਆਂ ਦਿੱਤੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਭਾਰੀ ਉਪਕਾਰ ਕੀਤੇ। ਨਰੰਗੇ ਨੇ ਕੋਪ ਵਿੱਚ ਆ ਕੇ ਕਿਹਾ ਸੀ, ਜਦੋਂ ਦਾਰਾ ਸ਼ਿਕੋ ਦੀ ਬਾਬਤ ਵੀ ਪਤਾ ਸੀਗਾ, ਉਸ ਨੂੰ ਮਹਾਰਾਜ ਜੀ ਨੇ ਸ਼ਰਨ ਵੀ ਦਿੱਤੀ ਸੀਗੀ, ਤੇ ਜਦੋਂ ਨਰੰਗੇ ਨੇ ਇੰਨਾ ਗੁੱਸਾ ਕੀਤਾ, 17 ਮੁਹਿੰਮਾਂ ਚੜਾਈਆਂ, ਪਰ ਮਹਾਰਾਜ ਤੱਕ ਕੋਈ ਪਹੁੰਚ ਹੀ ਨਹੀਂ ਸਕਿਆ। ਰਸਤੇ 'ਚ ਹੀ ਆਪਸ ਵਿੱਚ ਲੜ ਕੇ ਬਿਮਾਰੀ ਨਾਲ ਹੀ ਕੋਈ ਸੈਨਾਪਤੀ ਮਰ ਗਿਆ, ਕੋਈ ਪਹੁੰਚ ਹੀ ਨਹੀਂ ਸਕਿਆ। ਫਿਰ ਨਰੰਗੇ ਨੇ ਕਿਹਾ ਕਿ ਦਿੱਲੀ ਆਓ। ਬਹੁਤ ਯਤਨ ਕੀਤੇ, ਪਰ ਹਜੂਰ ਨੇ ਬਚਨ ਕਰ ਦਿੱਤਾ, ਨਹ ਮਲੇਸ਼ ਕੋ ਦਰਸ਼ਨ ਦੈ ਹੈ, ਨਹ ਮਲੇਸ਼ ਕੇ ਦਰਸ਼ਨ ਲੈ ਹੈ। ਇਹ ਮਹਾਰਾਜ ਨੇ ਜੀਵਨ ਪ੍ਰਯੰਤ ਸਤਿਗੁਰਾਂ ਜੀ ਨੇ ਨਿਯਮ ਨਿਭਾਇਆ। ਸਤਿਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਫਿਰ ਦਿੱਲੀ ਭੇਜ ਕੇ ਤੇ ਮਹਾਰਾਜ ਨੇ ਨਰੰਗੇ ਦਾ ਕੋਪ ਸ਼ਾਂਤ ਕਰ ਦਿੱਤਾ। ਮਹਾਰਾਜ ਜੀ ਦੇ ਜੀਵਨ ਦੀ ਬੇਅੰਤ ਲੀਲਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਸ਼ਰਧਾ ਨਾਲ ਗੁਰੂ ਕਲਗੀਧਰ ਜੀ ਨੇ ਵਾਕ ਕਹੇ ਹੈ, ਜਿਹੜਾ ਗੁਰੂ ਹਰਿ ਰਾਏ ਸਾਹਿਬ ਨੂੰ ਸਿਮਰਦਾ ਏ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਹ ਸਿੱਖ ਨੂੰ ਨਿਹਾਲ ਕਰਦੇ ਹੈ, ਬਖਸ਼ਿਸ਼ ਕਰਦੇ ਹੈ। ਬਹੁਤ ਸਤਿਗੁਰਾਂ ਜੀ ਨੇ ਵੱਡੇ ਪਰਉਪਕਾਰ ਕੀਤੇ। ਥੋੜੀ ਜੀ ਆਜੂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖੀ ਨੂੰ ਬਹੁਤ ਅਗਵਾਈ ਮਹਾਰਾਜ ਬਖਸ਼ਿਸ਼ ਕੀਤੀ। ਬਹੁਤ ਸੰਗਤਾਂ ਤਾਰੀਆਂ ਗਰੀਬ ਨਵਾਜ ਜੀ ਨੇ। ਅੱਜ ਸਤਿਗੁਰੂ ਜੀ ਦਾ ਗੁਰਿਆਈ ਪੁਰਬ ਹੋਣ ਕਰਕੇ ਸੰਖੇਪ ਬੇਨਤੀ ਕੀਤੀ ਹੈ। ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਉੱਪਰ ਬੈਠਣ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਸਵਾਸ ਸਵਾਸ ਵਧਾਈਆਂ ਹੋਣ। 5-7 ਮਿੰਟ ਰੋਜ਼ ਦੀ ਮਰਿਆਦਾ ਮੁਤਾਬਕ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਹੋਣ ਕਰਕੇ ਮਹਾਰਾਜ ਜੀ ਦੇ ਪਵਿੱਤਰ ਉਪਦੇਸ਼ ਦੀ, ਮਹਾਰਾਜ ਜੀ ਦੇ ਜੀਵਨ ਦੀ ਆਪਾਂ ਵਿਚਾਰ ਆਰੰਭੀ ਹੈ। ਥੋੜੀ ਥੋੜੀ ਕਰਕੇ, ਬੂੰਦ ਬੂੰਦ ਕਰਕੇ ਸੁਣੀਏ ਤਾਂ ਸਾਨੂੰ ਸੱਚੇ ਪਾਤਸ਼ਾਹ ਜੀ ਦਾ ਸਪਰਸ਼ ਮਿਲਦਾ, ਗਰੀਬ ਨਵਾਜ ਜੀ ਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਮਨ ਕਹਾਂ ਬਸਾਰਿਓ ਰਾਮ ਨਾਮ, ਤਨ ਛੂਟੇ ਜਮ ਸਿਉ ਪਰੈ ਕਾਮ। ਇਹੋ ਜਗ ਧੂਏ ਕਾ ਪਹਾੜ, ਤਿਹ ਸਾਚਾ ਮਾਨਿਆ ਕਿਹ ਵਿਚਾਰ। ਮਹਾਰਾਜ ਜੀ ਪ੍ਰਸ਼ਨ ਕਰਕੇ ਪੁੱਛਦੇ ਆ। ਸਤਿਗੁਰੂ ਜੀ ਮਨ ਨੂੰ ਪ੍ਰਬੋਧਨ ਲਈ ਸਾਨੂੰ ਆਗਿਆ ਕਰਦੇ ਆ। ਬਸੰਤ ਮਹੱਲਾ ਨਾਵਾਂ, ਮਨ ਕਹਾਂ ਬਸਾਰਿਓ ਰਾਮ ਨਾਮ। ਹੇ ਮਨਾ, ਤੂੰ ਕਿੱਥੇ ਵਿਸਾਰ ਕੇ ਬੈਠ ਗਿਆ ਰਾਮ ਦੇ ਨਾਮ ਨੂੰ? ਸੰਸਾਰ ਵਿੱਚ ਬੈਠ ਗਿਆ ਨਾ, ਭੁਲਾ ਲਿਆ ਹੀ ਨਾ। ਪਰ ਯਾਦ ਰੱਖ, ਤਨ ਛੂਟੇ ਜਮ ਸਿਉ ਪਰੈ ਕਾਮ। ਜਦੋਂ ਤੇਰਾ ਤਨ ਛੁੱਟਿਆ ਨਾ, ਜੇ ਨਾਮ ਨਹੀਂ ਜਪਦਾ ਤਾਂ ਫਿਰ ਤੈਨੂੰ ਜਮ ਨਾਲ ਕੰਮ ਪੈਣਾ ਹੀ। ਕੰਮ ਕੀ ਪੈਣਾ? ਉਹਨਾਂ ਤੈਨੂੰ ਸੰਗਲ ਮਾਰ ਲੈਣੇ, ਉਹਨਾਂ ਨੇ ਤੈਨੂੰ ਬਹੁਤ ਦੁੱਖ ਦੇਣੇ, ਬੜਾ ਹੀ ਪੀੜਨਾ। ਕਿਉਂ ਪੀੜਨਾ? ਕਿਉਂਕਿ ਤੂੰ ਪਾਪਾਂ ਵਿੱਚ ਲੱਗ ਗਿਆ, ਤੂੰ ਨਾਮ ਨੂੰ ਵਿਸਾਰ ਦਿੱਤਾ ਹੈ। ਤਾਂ ਹੀ ਤਾਂ ਮਹਾਰਾਜ ਚੋਟ ਮਾਰ ਕੇ ਕਹਿੰਦੇ ਨੇ, ਮਨ ਕਹਾਂ ਵਿਸਾਰਿਓ ਰਾਮ ਨਾਮ। ਹੇ ਮਨਾ, ਤੂੰ ਕੀ ਕਰ ਰਿਹਾ ਹੈ? ਝਾਤੀ ਮਾਰ ਆਪਣੇ ਅੰਦਰ। ਮਹਾਰਾਜ ਮੇਰੇ ਕੋਲ ਧਨ ਬੜਾ, ਮੇਰੀ ਧਨ ਵਿੱਚ ਸੁਰਤ ਲੱਗੀ ਹੋਈ ਹੈ, ਉਹ ਪੁੱਟੀ ਨਹੀਂ ਜਾਂਦੀ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੂੰ ਜੇ ਸਿੱਖ ਜਗਤ ਦੇ ਸੁੱਖਾਂ ਬਾਰੇ ਦੱਸਦੇ ਹੈ ਕਿ ਮਹਾਰਾਜ ਸਾਥੋਂ ਤਾਂ ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ, ਆਹ ਜਗਤ ਬੜਾ ਹੀ ਮਿੱਠਾ ਹੈ। ਜਿੱਦਾਂ ਕਹਿੰਦੇ ਆ ਜਗ ਮਿੱਠਾ ਅਗਲਾ ਕਿਨ ਡਿਠਾ, ਖਾਓ ਪੀਓ ਤੇ ਮੌਜ ਹੰਡਾਓ। ਪਰ ਮਹਾਰਾਜ ਕਹਿੰਦੇ ਆ ਖਾਓ ਪੀਓ ਤੇ ਮੌਜ ਹੰਡਾਓ ਨਹੀਂ, ਤਨ ਛੂਟੈ ਜਮ ਸਿਉ ਪਰੈ ਕਾਮ। ਜਦੋਂ ਤੇਰਾ ਤਨ ਛੁੱਟਿਆ ਨਾ, ਉਦੋਂ ਤੈਨੂੰ ਪਤਾ ਲੱਗਣਾ। ਐਵੇਂ ਰਸਾਂ ਵਿੱਚ ਨਾ ਫਸ ਮਨਾ, ਸੰਸਾਰ ਵਿੱਚ ਨਾ ਫਸ। ਤੂੰ ਕਿਉਂ ਭੁਲਾ ਰਿਹਾ ਹੈ, ਕਿਉਂ ਵਿਸਾਰ ਰਿਹਾ ਹੈ? ਵਾਹਿਗੁਰੂ ਦੇ ਨਾਮ ਨੂੰ ਵਿਸਾਰ ਨਾ, ਭੁਲਾ ਨਾ।
क्योंकि तन तेरे कुल सदा नहीं रहना। महाराज ये जगत कैसा है? सतगुरु कहते जग धुए का पहाड़। ये जगत तां धुएं दा पहाड़ है। धुएं दे पहाड़ दे उत्ते कदे कोई चढ़िया जां उन्हें उत्थे चढ़ के झरने वेखे ते बड़े नज़ारे तके? धुएं दा पहाड़ अणहोया हुंदा, दिसदा है पर है नहीं गा, उहदे ते चढ़िया नहीं जा सकदा। पर नहीं भी नहीं कह सकते क्योंकि है सामने दिस रहा। महाराज कहते ये जगत धुएं दे पहाड़ की तरह है ते तू इस पहाड़ नूं की समझ रहा? महाराज प्रश्न करके पुछदे ते साचा मानिया किह विचार दस केड़ी विचार नाल तू इनू सच्चा मन्निया? तेरी वही विचार तोड़ दई है। गुरु तेग बहादुर साहब भी तोड़ सकते हैं ना झूठियां साडे अंदर जड़ियां विचारां टिकियां होईयां। महाराज कहंदे ने दस केड़ी विचार नाल तू संसार नू सच्चा मन्निया? महाराज संसार विच मेरा धन है, मेरी दारा इस्त्री है। धन दारा संपत गृह कछ संग न चालै समझ ले। गुरु तेग बहादुर सच्चे पातशाह जी महाराज कहंदे जिस धन नू तू अपना समझ रहा, जिस दारा इस्त्री नू तू अपनी समझ रहा है, धन दारा संपत फिर संपदा जिहड़ी भभूति है तेरी जायदाद जिहड़ी है, धन दारा संपत गृह कछ संग न चालै समझ ले। समझ लै इस गल नू, इन्हां विचों कुछ भी तेरे नाल नहीं चलना। सच्चे पातशाह जी महाराज कहते कोई भी नाल निभण वाली चीज है नहीं। सच्चे पातशाह महाराज नाल निभण वाली चीज केड़ी है फिर? तो सच्चे पातशाह जी महाराज कहते हैं इको एक गोबिंद दा भजन है, वाहिगुरु दा नाम है जिहड़ा तेरे नाल निभेगा। सच्चे पातशाह महाराज कहते हैं वाहिगुरु नू चेते कर, परमेश्वर दा भजन कर, इत्थे भी तेरे नाल निभेगा ते परलोक विच भी तेरे नाल निभेगा। उस नाम नू जप लै। सतगुरु जी कहते जिथे तू अपना मन लाया होया ना, धन दारा संपत गृह कछ संग न चालै समझ ले। सतगुरु जी कहते ने एक भजन गोबिंद, एक वाहिगुरु दा जिहड़ा भजन है ना वो तेरे नाल निभेगा। कहो नानक भज तिह एक रंग, एक रंग एक प्रेम दे नाल वाहिगुरु नू भजन कर लै, उहदा नाम जप लै, परमेश्वर नू चेते कर लै, तेरा जीवन सफल हो जाएगा। धन गुरु तेग बहादुर सच्चे पातशाह महाराज हजूर बैरागमई उपदेश दे करके संसार दे मोह तो साडे मन नू गरीब नवाजी छडाउंदे है। जिन्हां नू तीर वांग चोट मारदे आ सतगुरां दे बचन, वो साध संगत जी बैराग दा ये शेक उन्हां दे मन विच जरूर पैंदा है, क्योंकि सूरमे सतगुरां दा बाहिया होया बाण खाली नहीं जाता। पर यह शर्त है कि अपना हृदय रूपी लक्ष्य अगे सिख कर देवे ते फिर सच्चे पातशाह जी महाराज उपदेश रूपी बाण मार के गुरु तेग बहादुर साहब जी महाराज सदा ही अमर ते अटल ने। गुरु साहब जी सदा ही सिख दे कोल वसदे है। इसे करके महाराज जी ने वाक कहे है कि तेग बहादुर सिमरिए घर नौन दे आवै ताए, सब थाई होए सहाय। ऐसे दीन दयाल सतगुरु जी का प्रकाश गुरपुरब साध संगत जी बहुत प्यार ते शरधा नाल गुरसिख संगतां मना रही ने। बड़े दीवान सज रहे है, कीर्तन दे कथा दे अटुट प्रवाह चल रहे है, संगतां लाहा लैंदियां। महाराज जी कृपा करन, हजूर अपनी सिक्खी सानू दे करके नवाजन। अब लड़ीवार कथा श्री सुखमनी साहब जी दी अमृत पवित्र कथा प्यार शरदा नाल सरवण करिए। महाराज जी दे पवित्र चरणां दा ध्यान करदे होए आखो जी सतनाम श्री वाहिगुरु साहिब जी, सतनाम श्री वाहिगुरु साहिब जी। सतनाम श्री
ਵਾਹਿਗੁਰੂ ਸਾਹਿਬ ਜੀ। ਸਲੋਕ ਜੀ ਜੰਤ ਕੇ ਠਾਕੁਰਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਦੀਨਾ ਬੰਧੂ ਸਤਿਗੁਰੂ ਜੀ, ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗਰੀਬ ਨਵਾਜ 22ਵੀਂ ਅਸ਼ਟਪਦੀ ਦਾ ਹਜੂਰ ਸ਼ਲੋਕ ਆਰੰਭ ਕਰਦੇ ਹੈ। ਸਾਧ ਸੰਗਤ ਜੀ, 21ਵੀਂ ਅਸ਼ਟਪਦੀ ਮਹਾਰਾਜ ਜੀ ਸੰਪੂਰਨ ਕੀਤੀ। ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਹੀ ਆਪਣੇ ਆਪ ਵਿੱਚ ਸਭ ਥਾਵਾਂ ਤੇ ਵਰਤ ਰਹੇ ਹੈ। 5 ਪ੍ਰਕਾਰ ਦੀ ਹਜੂਰ ਨੇ ਪਰਲੋਂ ਕਥਨ ਕੀਤੀ। ਜੋ ਕੁਝ ਅਸੀਂ ਸੰਸਾਰ ਦੇ ਅੰਦਰ ਸਿਰਜਿਆ ਹੋਇਆ ਹੈ ਆਪਣੇ ਖਿਆਲਾਂ ਦਾ, ਉਹ ਮਿਟਦਾ ਨਹੀਂ ਜਿੰਨਾ ਚਿਰ ਸੰਸਾਰ ਦਾ ਮੋਹ ਨਹੀਂ ਛੁੱਟਦਾ। ਜਦੋਂ ਮਹਾਰਾਜ ਗਿਆਨ ਦ੍ਰਿੜ ਕਰਾਉਂਦੇ ਆ ਨਾ, ਭਜਨ ਕਰਨ ਨਾਲ ਪ੍ਰੀਤ ਉਪਜਦੀ ਹੈ, ਪ੍ਰੀਤ ਨਾਲ ਗਿਆਨ ਪ੍ਰਾਪਤ ਹੁੰਦਾ ਹੈ, ਤੇ ਜਦੋਂ ਗਿਆਨ ਅਰੂੜ ਹੁੰਦੀ ਹੈ ਬਿਰਤੀ, ਫਿਰ ਸੰਸਾਰ ਸਾਰਾ ਹੀ ਲੈ ਹੋ ਜਾਂਦਾ। ਐਸੀ ਕਿਰਪਾ ਮਹਾਰਾਜ ਜੀ ਦੀ ਵਰਤਦੀ ਹੈ ਕਿ ਜਦੋਂ ਇਹ ਸੰਸਾਰ ਨਹੀਂ ਸੀ, ਮਹਾਰਾਜ ਕਹਿੰਦੇ ਵਾਹਿਗੁਰੂ ਤਾਂ ਉਦੋਂ ਵੀ ਸੀ, ਹੁਣ ਸੰਸਾਰ ਹੈ, ਤੂੰ ਭਰਮ ਕਰਕੇ ਭੁੱਲ ਗਿਆ ਹੈ ਕਿ ਵਾਹਿਗੁਰੂ ਨਹੀਂ ਹੈ, ਪਰ ਵਾਹਿਗੁਰੂ ਤਾਂ ਹੈ। ਸਤਿਗੁਰੂ ਜੀ ਕਹਿੰਦੇ ਤੇਰਾ ਭਰਮ ਹੈ, ਇੱਕ ਦਿਨ ਸੰਸਾਰ ਨਹੀਂ ਰਹੇਗਾ, ਕਿਉਂਕਿ ਪਰਲੋਂ ਆਉਂਦੀ ਹੈ, ਤੱਤਾਂ ਦੀ ਪਰਲੋਂ, ਮਹਾਂ ਪਰਲੋਂ, ਜਿਸ ਦੀ ਬਾਬਤ ਮਹਾਰਾਜ ਜੀ ਨੇ ਕਿਹਾ ਕਿ ਉਦੋਂ ਧਰਤੀ, ਆਕਾਸ਼, ਤਾਰੇ, ਪਾਣੀ, ਅੱਗ, ਹਵਾ ਕੁਛ ਨਹੀਂ ਹੁੰਦਾ। ਉਦੋਂ ਫਿਰ ਵਾਹਿਗੁਰੂ ਹੀ ਆਪਣੇ ਸਰੂਪ ਵਿੱਚ ਤਾੜੀ ਲਾ ਲੈਂਦਾ ਹੈ। ਤੇ ਸਤਿਗੁਰੂ ਜੀ ਨੇ ਫਿਰ ਦੱਸਿਆ ਕਿ ਉੱਥੇ ਭਾਈ ਫਿਰ ਪਾਪ ਪੁੰਨ, ਨਰਕ, ਸਵਰਗ, ਮੈਲ ਤੇ ਪਵਿੱਤਰਤਾ ਕੀ ਹੋਣੀ ਹੈ ਜਦੋਂ ਵਾਹਿਗੁਰੂ ਆਪ ਹੀ ਆਪਣੇ ਆਪ ਵਿੱਚ ਸਮਾਧੀ ਲਾ ਬੈਠਾ ਹੈ। ਫਿਰ ਇਹ ਜੀਆਂ ਚੀਜ਼ਾਂ ਦੁੰਦਵਾਦ, ਭਰਮ, ਮੁਕਤ, ਬੰਧਨ ਇਹ ਨਹੀਂ ਹੁੰਦੇ। ਜਦੋਂ ਦੇਹਾਂ ਹੀ ਨਹੀਂ ਹੈ, ਜੀਆਂ ਦੇ ਕਰਮ ਜਦੋਂ ਫਲ ਦੇਣ ਤੋਂ ਸ਼ਾਂਤ ਹੋ ਜਾਂਦੇ ਹੈ, ਉਦੋਂ ਵਾਹਿਗੁਰੂ ਜੀ ਸਾਰੀ ਖੇਲ ਨੂੰ ਸਮੇਟ ਕੇ ਆਪਣੇ ਆਪ ਵਿੱਚ ਹੀ ਗੁਪਤ ਕਰ ਲੈਂਦੇ ਆ, ਸਮਾ ਲੈਂਦੇ ਆਪਣੇ ਆਪ ਦੇ ਅੰਦਰ। ਜਦੋਂ ਫਿਰ ਇੱਛਾ ਜਾਗਦੀ ਹੈ, ਫਿਰ ਮਹਾਰਾਜ ਜੀ ਨੇ 7ਵੀਂ ਤੇ 8ਵੀਂ ਪੌੜੀ ਵਿੱਚ ਕਿਹਾ ਵਾਹਿਗੁਰੂ ਜੀ ਆਪਣੀ ਇੱਛਾ ਨਾਲ ਹੀ ਇੱਕ ਛਿਨ ਵਿੱਚ ਸਭ ਕੁਝ ਰਚ ਦਿੰਦੇ ਆ। ਫਿਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਪਾਪਾਂ ਤੇ ਪੁੰਨਾਂ ਨੂੰ ਪੈਦਾ ਕਰਕੇ ਜਦੋਂ ਸ੍ਰਿਸ਼ਟੀ ਬਣਾਤੀ, ਪਾਪ ਪੁੰਨ ਕੀਤਾ ਹੈ ਭਈ ਵਿਚਾਰ, ਉੱਥੇ ਫਿਰ ਪਾਪ ਤੇ ਪੁੰਨ ਦੀ ਵਿਚਾਰ ਹੋਣ ਲੱਗ ਜਾਂਦੀ, ਤੇ ਫਿਰ ਨਰਕ ਸੁਰਗ ਦੇ ਅੰਦਰ ਜੀਵ ਉਤਰਨ ਲੱਗ ਪੈਂਦੇ ਆ। ਅਦਾਲਤ ਬਣਾਤੀ, ਧਰਮ ਰਾਜਾ ਬਣਾਤਾ, ਚਿੱਤਰ ਗੁਪਤ ਸਿਰਜ ਦਿੱਤੇ, ਲੇਖਾ ਪੁੱਛਿਆ ਜਾਣ ਲੱਗ ਪਿਆ। ਕੋਈ ਚੰਗੇ ਕਰਮ ਕਰਦਾ ਹੈ, ਕੋਈ ਵਾਸ਼ਨਾ ਮੁਤਾਬਕ ਮੰਦੇ ਕਰਮ ਕਰਦਾ ਹੈ। ਲੋਕ ਉੱਚੇ ਨੀਵੇਂ ਕਰਮਾਂ ਵਿੱਚ ਫਸ ਜਾਂਦੇ ਆ। ਫਿਰ ਸ੍ਰਿਸ਼ਟੀ ਦੀ ਇਹ ਖੇਲ ਹੈ, ਕਿਸੇ ਨੂੰ ਗੁੱਸਾ ਚੜ੍ਹਦਾ ਹੈ, ਕਿਸੇ ਨੂੰ ਬਹੁਤ ਜ਼ਿਆਦਾ ਵਾਸ਼ਨਾ ਸਤਾਉਂਦੀ ਹੈ, ਕੋਈ ਲੋਭ ਵਿੱਚ ਮਾਰਿਆ ਭੱਜਿਆ ਫਿਰਦਾ। ਵਾਹਿਗੁਰੂ ਜੀ ਕੌਤਕ ਵੇਖਦੇ ਆ, ਬੈਠਾ ਵੇਖੈ ਵੱਖ ਅਕੇਲਾ। ਮਹਾਰਾਜ ਜੀ ਕਹਿੰਦੇ ਜਿਨ ਉਪਾਈ ਰੰਗ ਰਵਾਈ, ਇਹ ਜਿੰਨੇ ਇਹ ਸਾਰੀ ਕਲਾ ਉਪਾਈ ਹੈ, ਪੈਦਾ ਕੀਤੀ ਹੈ, ਤੇ ਬੈਠਾ ਵੇਖੈ ਵੱਖ ਅਕੇਲਾ। ਆਪ ਵੱਖ ਬੈਠਾ ਹੋਇਆ, ਦੁੱਖਾਂ ਵਿੱਚ ਦੁਖੀ ਹੁੰਦਾ ਹੀ ਨਹੀਂ, ਸੁੱਖਾਂ ਵਿੱਚ ਸੁਖੀ ਹੁੰਦਾ ਹੀ ਨਹੀਂ, ਕਿਉਂਕਿ ਉਹ ਤਾਂ ਆਨੰਦ ਘਨ ਸਰੂਪ ਹੈ। ਇਸ ਕਰਕੇ ਮਹਾਰਾਜ ਜੀ ਨੇ ਨਿਰਲੇਪ ਦੱਸਿਆ ਪਰਮੇਸ਼ਰ ਨੂੰ। ਫਿਰ ਇਹ ਕਿਹਾ ਕਿ ਸਾਰਿਆਂ ਦੇ ਅੰਦਰ ਵੀ ਸਮਾ ਰਿਹਾ ਹੈ, ਕਿਰਿਆ ਵੀ ਤੱਤਾਂ 'ਚ ਉਹੋ ਹੀ ਕਰਾ ਰਿਹਾ ਹੈ, ਤੱਤਾਂ 'ਚ ਤੱਤ ਰੂਪ ਹੋਇਆ ਪਿਆ ਹੈ। ਉਹਨਾਂ ਦੇ ਅੰਦਰ ਹਰਕਤ ਵੀ ਉਹ ਆਪ ਕਰਦਾ ਹੈ, ਤੇ ਤੱਤਾਂ ਨੂੰ ਪੈਦਾ ਕਿਨ ਕੀਤਾ? ਹੁਣ ਆਪ ਹੀ ਕੀਤਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨਾ ਵਿਸ਼ਾਲ ਗਿਆਨ ਹਜੂਰ ਨੇ ਬਖਸ਼ਿਸ਼ ਕੀਤਾ। ਜਦੋਂ ਦੇਹ ਦਾ ਅਧਿਆਸ ਹੀ ਛੁੱਟ ਜਾਵੇ, ਸਤਪੁਰਖ ਦੇ ਕੋਲ ਜਦੋਂ ਇਹ ਬਾਣੀ ਦਾ ਜਾਪ ਕਰਦੇ ਆ, ਫਿਰ ਸਾਧ ਸੰਗਤ ਜੀ ਇਸ ਅਸ਼ਟਪਦੀ ਦਾ ਪਾਠ ਸੁਣ ਕੇ ਅੰਦਰ ਇਹ ਜੀ ਗਿਆਨ ਪਰਲੋ ਆਉਂਦੀ ਹੈ ਕਿ ਦੇਹ ਦਾ ਅਧਿਆਸ ਛੁੱਟ ਕੇ
ਫਿਰ ਵਾਹਿਗੁਰੂ ਵਿੱਚ ਉਹ ਸਤਿਪੁਰਖ ਲੀਨ ਹੋ ਜਾਂਦੇ ਆ, ਦੇਹ 'ਚ ਨਹੀਂ ਰਹਿੰਦੇ। ਸਵਾਸ ਛੁੱਟ ਜਾਣ ਵਿੱਚੇ ਹੀ, ਤੇ ਅਸ਼ਟਪਦੀ ਵਿੱਚੇ ਨਹੀਂ ਛੱਡਣੀ ਚਾਹੀਦੀ, ਪੂਰੀ ਕਰ ਲੈਣੀ ਚਾਹੀਦੀ ਹੈ। ਕਿਉਂਕਿ ਇਸ ਅਸ਼ਟਪਦੀ ਦਾ ਪਾਠ ਸੁਣਦਿਆਂ ਸੁਣਦਿਆਂ ਜੋਤ ਜੋਤ ਵਿੱਚ ਰਲਦੀ ਹੈ। ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਅੰਤ ਕਾਲ ਜੇ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੈ ਬਸੈ। ਉਹਦੇ ਮੁਕਤ ਹੋਣ 'ਚ ਕੋਈ ਸ਼ੰਕਾ ਨਹੀਂ। ਜਦੋਂ ਸੁਰਤ ਜੋੜ ਕੇ ਅੰਤਲੇ ਸਵਾਸਾਂ ਤੇ ਸੁਣ ਰਿਹਾ ਹੋਵੇਗਾ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟਾ, ਪਾਪ ਪੁੰਨ ਤਬ ਕਹਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ। ਇਹ ਜਦੋਂ ਪੰਕਤੀਆਂ ਸੁਣ ਰਿਹਾ ਹੋਵੇਗਾ, ਉਦੋਂ ਫਿਰ ਜੀਵਨ 'ਚ ਕਮਾਇਆ ਹੋਇਆ ਨਾਮ ਐਸੀ ਸਹਾਇਤਾ ਕਰਦਾ ਕਿ ਦੇਹ ਛੁੱਟਣ ਤੋਂ ਪਹਿਲਾਂ ਪਹਿਲਾਂ ਹੀ ਨਿਰੰਕਾਰ ਵਿੱਚ ਜੋਤ ਇੱਕਮਿਕ ਹੋ ਜਾਂਦੀ, ਵਾਹਿਗੁਰੂ ਵਿੱਚ ਜੋਤ ਰਲ ਜਾਂਦੀ ਹੈ। ਕਿਵੇਂ ਰਲਦੀ ਹੈ? ਮਹਾਰਾਜ ਜੀ ਨੇ ਉਹ ਵੀ ਬਾਣੀ 'ਚ ਦੱਸਿਆ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਪਹਿਲੋਂ ਵੀ ਰਾਮ ਸੀ, ਦੇਹ ਦੇ ਦੌਰਾਨ ਵੀ ਰਾਮ ਸੀ, ਦੇਹ ਤੋਂ ਬਾਅਦ ਵੀ ਰਾਮ। ਕੇਵਲ ਘੜੇ ਦੀ ਪਰਤ ਬਣੀ ਹੋਈ ਸੀ, ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਸਤਿਪੁਰਸ਼। ਤਾਂ ਹਜ਼ੂਰ ਅੱਜ ਹੁਣ 22ਵੀਂ ਅਸ਼ਟਪਦੀ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹੈ। ਸ਼ਲੋਕ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦੇ ਅੰਦਰ ਭਾਵ ਅਰਥ ਸਾਰਾ ਧਰਦੇ ਆ ਗਰੀਬ ਨਵਾਜ। ਸੁਣੋ ਆਪ ਇਕਾਗਰਤਾ ਨਾਲ। ਜੀ ਜੰਤ ਕੇ ਠਾਕੁਰਾ, ਹਜ਼ੂਰ ਫਰਮਾਉਂਦੇ ਹੈ ਕਿ ਜਿੰਨੇ ਵੀ ਵੱਡੇ ਬ੍ਰਹਮਾ ਤੋਂ ਲੈ ਕਰਕੇ ਜੀਵ ਹਨ ਤੇ ਜੰਤ ਜਿਹੜੇ ਸੂਖਸ਼ਮ ਤੋਂ ਸੂਖਸ਼ਮ ਧਰਤੀ ਤੇ ਰਿੰਗਣ ਵਾਲੇ ਵੀ, ਹੇ ਠਾਕੁਰਾ ਤੂੰ ਮਾਲਕ ਹੈ ਸਾਰਿਆਂ ਦਾ। ਮਹਾਰਾਜ ਤੇਰੇ ਸਾਰੇ ਬਣਾਏ ਹੋਏ ਇਹ ਜੀਵ ਜੰਤੂ ਵੱਡੇ ਛੋਟੇ ਹਨ, ਆਪ ਮਾਲਕ ਹੋ। ਆਪੇ ਵਰਤਣਹਾਰ, ਆਪ ਹੀ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ। ਪ੍ਰਾਣ ਹੋ ਕੇ ਵੀ ਸਾਰਿਆਂ ਦੇ ਅੰਦਰ ਤੂੰ ਹੀ ਵਗ ਰਿਹਾ ਹੈ। ਸਾਰਿਆਂ ਦੇ ਅੰਦਰ ਜਿਹੜੀ ਤੱਤਾਂ ਦੀ ਕਿਰਿਆ ਹੋ ਰਹੀ ਹੈ ਮਹਾਰਾਜ, ਉਹ ਤੱਤਾਂ ਦੀ ਕਿਰਿਆ ਰੂਪ ਹੋ ਕਰਕੇ ਵੀ ਤੂੰ ਆਪ ਹੀ ਵਰਤ ਰਿਹਾ ਹੈ। ਆਪੇ ਵਰਤਣਹਾਰ, ਆਪ ਹੀ ਸੂਖਸ਼ਮ ਜੀਆਂ ਦੇ ਅੰਦਰ ਤੇ ਸਥੂਲ ਜੀਆਂ ਦੇ ਅੰਦਰ ਵਾਹਿਗੁਰੂ ਤੂੰ ਆਪ ਹੀ ਜਿਹੜਾ ਹੈ ਅਨਕ ਭਾਂਤ ਹੋ ਕਰਕੇ ਜਿਹੜਾ ਹੈ ਤੂੰ ਵਰਤ ਰਿਹਾ ਹੈ। ਸਾਰਿਆਂ ਥਾਵਾਂ ਤੇ ਤੂੰ ਆਪ ਹੀ ਵਰਤਾਰਾ ਵਰਤਾ ਰਿਹਾ ਏ। ਨਾਨਕ ਏਕੋ ਪਸਰਿਆ, ਸਤਿਗੁਰੂ ਜੀ ਕਹਿੰਦੇ ਭਾਈ ਇੱਕੋ ਹੀ ਵਾਹਿਗੁਰੂ ਸਭ ਥਾਵਾਂ ਤੇ ਪਸਰਿਆ ਫੈਲਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਕੁਦਰਤ ਸ਼ਕਤੀ ਨਾਲ ਖਿਨ ਮਾਤਰ ਸਮੇਂ ਦੇ ਅੰਦਰ ਹੀ ਅਨੇਕਾਂ ਹੀ ਰੂਪ ਧਾਰਨ ਕਰ ਲੈਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ, ਨਾਨਕ ਏਕੋ ਪਸਰਿਆ। ਹਜ਼ੂਰ ਕਹਿੰਦੇ ਇੱਕੋ ਇੱਕ ਵਾਹਿਗੁਰੂ ਆਪ ਹੀ ਸਭ ਥਾਵਾਂ ਤੇ ਪਸਰ ਰਿਹਾ, ਫੈਲ ਰਿਹਾ ਏ। ਦੂਜਾ ਕਹ ਦ੍ਰਿਸ਼ਟਾਰ, ਦੂਜਾ ਦੱਸੋ ਕਿੱਥੇ ਹੈ ਦਿਸਣ ਵਿੱਚ ਆ ਰਿਹਾ? ਦੂਜਾ ਤਾਂ ਦਿਸਣ ਵਿੱਚ ਆ ਹੀ ਨਹੀਂ ਰਿਹਾ। ਜਿਹਦੀ ਨਿਗਾਹ ਵਿੱਚ ਦੋਸ਼ ਹੁੰਦਾ ਹੈ ਨਾ, ਉਹਨੂੰ ਆਕਾਸ਼ ਵਿੱਚ ਚੰਦਰਮਾ ਦੋ ਦਿਸਦੇ ਆ, ਤੇ ਜਿਹਦੀ ਨਿਗਾਹ ਠੀਕ ਹੁੰਦੀ ਹੈ ਉਹਨੂੰ ਆਕਾਸ਼ ਵਿੱਚ ਇੱਕੋ ਹੀ ਚੰਦਰਮਾ ਚੜਿਆ ਦਿਖਾਈ ਦਿੰਦਾ। ਜਿਹਦੀ ਸਤਿਗੁਰੂ ਜੀ ਨਿਗਾਹ ਵਿੱਚੋਂ ਦੋਸ਼ ਕੱਢ ਦਿੰਦੇ ਆ, ਅੰਦਰ ਗਿਆਨ ਦੇ ਚਕਸ਼ੂ ਖੋਲ ਦਿੰਦੇ ਆ, ਤਾਂ ਫਿਰ ਮਹਾਰਾਜ ਕਹਿੰਦੇ ਦੂਜਾ ਕਹਿ ਦ੍ਰਿਸ਼ਟਾਰ, ਤੈਨੂੰ ਦੂਜਾ ਕਿੱਥੋਂ ਦਿਸ ਰਿਹਾ? ਦੂਜਾ ਤਾਂ ਹੈ ਨਹੀਂ। ਭਗਤਾਂ ਨੂੰ ਪੁੱਛੀਏ ਤੇ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਗਤ ਕਹਿੰਦੇ ਆ ਵਾਹਿਗੁਰੂ ਸਭ ਥਾਵਾਂ ਤੇ ਆਪ ਹੀ ਵਰਤ ਰਿਹਾ। ਦੂਜਾ ਕਹਿ ਦ੍ਰਿਸ਼ਟਾਰ, ਤੈਨੂੰ ਦੂਜਾ ਕਿੱਥੇ ਦਿਸ ਰਿਹਾ ਹੈ? ਦੂਜਾ ਹੈ ਹੀ ਨਹੀਂ। ਜਿਹਨੂੰ ਇੱਕ ਦਿਸ ਪੈਂਦਾ ਨਾ, ਸਾਧ ਸੰਗਤ ਜੀ, ਸ਼ੇਰ ਕਿੰਨੀ ਤਾਮਸ਼ੀ ਜੂਨ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜਦੋਂ ਹਜ਼ੂਰ ਸਾਹਿਬ ਤੋਂ ਬੰਦਗੀ ਕਰਕੇ ਪੰਜਾਬ ਨੂੰ ਤੁਰੇ ਸੀ ਨਾ, ਉਹਨਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ ਕਿ ਰਸਤੇ 'ਚ ਉਹਨਾਂ ਨੂੰ ਜੰਗਲ ਵਿੱਚ ਸ਼ੇਰ ਸਾਹਮਣੇ ਆ ਗਿਆ।
ਉਹ ਇੱਕ ਕਦਮ ਨਾਲ ਵਾਹੇ ਕਹਿੰਦੇ ਸੀ, ਦੂਸਰੇ ਨਾਲ ਗੁਰੂ ਕਹਿੰਦੇ ਸੀ। ਤੁਰ ਕੇ ਪੰਜਾਬ ਗਏ ਸੀ। ਇਹਨਾਂ ਦੇ ਜੀਵਨ ਚ ਮਹਾਂਪੁਰਖਾਂ ਦੇ ਲਿਖਿਆ। ਇਸ ਤਰ੍ਹਾਂ ਜਾਪ ਕਰਦੇ ਹੋਏ ਕਹਿੰਦੇ ਦਿਨਾਂ ਚ ਪੈਂਡਾ ਨਿਬੇੜ ਦਿੱਤਾ ਸੀ। ਜ਼ਿਕਰ ਆਉਂਦਾ ਹੈ ਕਿ ਸਾਹਮਣੇ ਜਦੋਂ ਸ਼ੇਰ ਆ ਗਿਆ ਤੇ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਦੋਂ ਉਹਨਾਂ ਨੇ ਝਾਕਿਆ, ਸ਼ੇਰ ਰਾਹ ਛੱਡ ਕੇ ਜੰਗਲ 'ਚ ਚਲੇ ਗਿਆ। ਇਹ ਸਾਧ ਸੰਗਤ ਜੀ, ਉਹਨਾਂ ਨੂੰ ਸ਼ੇਰ ਵਿੱਚ ਵੀ ਦੂਸਰਾ ਨਹੀਂ ਦਿਸਿਆ, ਨਿਰੰਕਾਰ ਹੀ ਦਿਸਦਾ ਜਦੋਂ ਬਾਜਾਂ ਵਾਲੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ। ਮਹਾਰਾਜ ਕਹਿੰਦੇ ਨੇ ਨਾਨਕ ਇੱਕੋ ਪਸਰਿਆ। ਹਜੂਰ ਗੁਰੂ ਅਰਜਨ ਸਾਹਿਬ ਕਹਿੰਦੇ ਇੱਕੋ ਇੱਕ ਮੇਰਾ ਵਾਹਿਗੁਰੂ ਸਭ ਥਾਵਾਂ ਤੇ ਪਸਰ ਰਿਹਾ ਹੈ, ਫੈਲ ਰਿਹਾ ਹੈ, ਨਿੱਕੇ ਵੱਡੇ ਜੀਆਂ ਦੇ ਅੰਦਰ, ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਭਰਮ ਦੂਰ ਹੋਵੇ ਤਾਂ ਪਤਾ ਲੱਗਦਾ ਨਾ, ਤੇ ਭਰਮ ਦੂਰ ਕਿਵੇਂ ਹੁੰਦਾ? ਵਾਹਿਗੁਰੂ 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 ਜਪਿਆਂ ਦੂਰ ਹੁੰਦਾ, ਗੁਰੂ ਜੀ ਦੇ ਗੁਰ ਮੰਤਰ ਨਾਲ ਦੂਰ ਹੁੰਦਾ। ਤਾਂ ਮਹਾਰਾਜ ਜੀ ਕਹਿੰਦੇ ਭਾਈ ਦੂਜਾ ਤੈਨੂੰ ਕਿੱਥੇ ਸਿੱਖਾ ਦਿਸ ਰਿਹਾ? ਦੂਜਾ ਤਾਂ ਹੈ ਹੀ ਨਹੀਂ, ਇੱਕੋ ਇੱਕ ਵਾਹਿਗੁਰੂ ਆਪ ਹੀ ਪਸਰ ਰਿਹਾ ਏ। ਅਸ਼ਟਪਦੀ 8 ਪਦੀਆਂ ਵਾਲੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੀ 8 ਪਦੀ ਪੌੜੀ ਹੈ ਇਹ ਉਚਾਰਨ ਕਰਦੇ ਹਨ। ਇਹਦੇ ਵਿੱਚ 8 ਪੌੜੀਆਂ ਆਉਣਗੀਆਂ। ਆਪ ਕਥਾ ਆਪ ਸੁਨਣਾ ਹਾਰ। ਮਹਾਰਾਜ ਜੀ ਕਹਿੰਦੇ ਗੁਰੂ ਰੂਪ ਹੋ ਕਰਕੇ ਆਪਣੇ ਸਰੂਪ ਨੂੰ ਆਪ ਹੀ ਕਥਨ ਕਰ ਰਿਹਾ ਹੈ ਤੇ ਸਿੱਖ ਰੂਪ ਹੋ ਕਰਕੇ ਆਪ ਹੀ ਸੁਣ ਰਿਹਾ ਹੈ। ਭਾਈ ਬਾਲਾ ਜੀ ਖਡੂਰ ਸਾਹਿਬ ਜਦੋਂ ਇਤਿਹਾਸ ਸੁਣਾਉਂਦੇ, ਭਾਈ ਬਾਲਾ ਜੀ ਦੇ ਅੰਦਰ ਕੌਣ ਕਥਨ ਕਰ ਰਿਹਾ ਹੈ? ਆਪ ਹੀ ਨਿਰੰਕਾਰ ਬੈਠਾ ਕਥਨ ਕਰ ਰਿਹਾ ਹੈ। ਕਥਨ ਕੀ ਕਰ ਰਿਹਾ ਹੈ? ਆਪਣੇ ਪਰ ਪੁਕਾਰਾਂ ਨੂੰ ਆਪ ਹੀ ਕਥਨ ਕਰ ਰਿਹਾ ਹੈ। ਸ੍ਰਿਸ਼ਟੀ ਨੂੰ ਨਾਮ ਨਾਲ ਕਿਵੇਂ ਜੋੜਿਆ ਹੈ, ਐਡੀਆਂ ਪਿਆਰ ਦੀਆਂ ਸਾਖੀਆਂ ਭਾਈ ਸਾਹਿਬ ਜਦੋਂ ਭਾਈ ਬਾਲਾ ਜੀ ਸੁਣਾਉਂਦੇ ਆ ਤੇ ਉਹਨਾਂ ਨੂੰ ਸੁਣ ਸੁਣ ਕੇ ਮਸਤੀ ਵਿੱਚ ਕੌਣ ਆ ਰਿਹਾ? ਗੁਰੂ ਅੰਗਦ ਸਾਹਿਬ ਜੀ ਆਪਣੇ ਸਰੂਪ ਦੀ ਮਹਿਮਾ ਸੁਣ ਕੇ ਆਪ ਹੀ ਹਜੂਰ 8-8 ਦਿਨ ਸਮਾਧੀ ਲਾ ਲੈਂਦੇ, 6-6 ਮਹੀਨੇ ਸਮਾਧੀ ਲਾ ਲੈਂਦੇ। ਫਿਰ ਗੁਰੂ ਅੰਗਦ ਸਾਹਿਬ ਜੀ ਦੇ ਨੇਤਰਾਂ 'ਚੋਂ ਬਰਾਗ ਚੱਲਣ ਲੱਗ ਪੈਂਦਾ। ਜਦੋਂ ਮਹਾਰਾਜ 12 ਸਾਲ ਬਾਅਦ ਉਦਾਸੀ ਕਰਕੇ ਘਰ ਆਏ ਸੀ, ਉਹ ਜਿਹੜਾ ਪ੍ਰਸੰਗ ਦਾਸ ਨੇ ਪਿੱਛੇ ਜ਼ਿਕਰ ਕੀਤਾ ਸੀ, ਮਾਤਾ ਜੀ ਦੀ ਬੇਬਲਤਾ ਵੇਖ ਕੇ ਗੁਰੂ ਅੰਗਦ ਸਾਹਿਬ ਜੀ ਬਰਾਗ ਕਰਨ ਲੱਗ ਗਏ ਸੱਚੇ ਪਾਤਸ਼ਾਹ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਸੁਣਨ ਦੀ ਇੰਨੀ ਜ਼ਿਆਦੀ ਉਤਸੁਕਤਾ ਹੈ, ਭਾਈ ਬਾਲਾ ਜੀ ਨੂੰ ਕਹਿੰਦੇ ਆ ਸਾਨੂੰ ਗੁਰੂ ਸਾਹਿਬ ਦੇ ਬਚਨ ਸੁਣ ਸੁਣ ਕੇ ਤ੍ਰਿਪਤੀ ਨਹੀਂ ਆਉਂਦੀ, ਹੋਰ ਸੁਣਨ ਨੂੰ ਦਿਲ ਕਰਦਾ, ਹੋਰ ਸੁਣਨ ਨੂੰ ਦਿਲ ਕਰਦਾ। ਭਾਈ ਬਾਲਾ ਜੀ ਲਗਾਤਾਰ ਸੁਣਾਉਂਦੇ ਜਿੰਨਾ ਚਿਰ ਸਤਿਗੁਰੂ ਤਖਤ ਤੇ ਬੈਠਦੇ। ਜਦੋਂ ਹਜੂਰ ਦੀ ਸਮਾਧੀ ਲੱਗ ਜਾਂਦੀ, ਕਥਾ ਸਮਾਜ ਉੱਠ ਜਾਂਦਾ। ਆਪ ਕਥਾ ਹੈ, ਆਪ ਸੁਣਨਾ ਹਾਰ। ਆਪਣੇ ਸਰੂਪ ਨੂੰ ਆਪ ਹੀ ਕਥਨ ਕਰਨ ਵਾਲਾ ਹੈ। ਕੌਣ ਕਥਨ ਕਰ ਸਕਦਾ? ਹੋਰ ਦੂਜਾ ਬਣ ਕੇ ਤੇ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜੇ ਕਹੇ ਕਿ ਮੈਂ ਵਿਦਵਾਨ ਹਾਂ, ਮੈਂ ਕਥਾ ਕਰਨੀ ਜਾਣਦਾ ਹਾਂ, ਫਿਰ ਤਾਂ ਕਥਨ ਹੋ ਹੀ ਨਹੀਂ ਸਕਦਾ। ਤੇ ਜੇ ਕੋਈ ਕਹੇ ਕਿ ਮੈਂ ਸੁਣ ਸਕਦਾ ਹਾਂ, ਮਹਾਰਾਜ ਕਹਿੰਦੇ ਦੂਜਾ ਬਣ ਕੇ ਤੂੰ ਸੁਣ ਵੀ ਨਹੀਂ ਸਕਦਾ। ਜੇ ਸੁਣਨਾ ਮੈਂ ਤਾਂ ਵੀ ਤੈਨੂੰ ਉਹਦੇ ਵਿੱਚ ਹੀ ਸਮਾਉਣਾ ਪਵੇਗਾ, ਕਿਉਂਕਿ ਆਪ ਕਥਾ, ਆਪ ਹੀ ਕਥਨ ਕਰਨ ਵਾਲਾ ਹੈ ਬਖਤੇ ਦੇ ਅੰਦਰ, ਤੇ ਸਰੋਤੇ ਦੇ ਅੰਦਰ ਬੈਠਾ ਹੋਇਆ ਸੁਣਨ ਵਾਲਾ ਕੋਈ ਦੂਜਾ ਨਹੀਂ ਹੈ। ਸੁਣਨ ਵਾਲਾ ਵੀ ਉਹ ਆਪ ਹੀ ਹੈ, ਮਹਾਰਾਜ ਕਹਿੰਦੇ। ਫਿਰ ਜਿਵੇਂ ਆਪਣਾ ਕਥਨ ਆਪ ਕਰੀਦਾ ਤੇ ਆਪ ਕੰਨਾਂ 'ਚ ਸੁਣੀਦਾ ਨਾ, ਜਿਹੜਾ ਬਖਤਾ ਹੁੰਦਾ ਉਹਨੂੰ ਕੰਨਾਂ 'ਚ ਉਹਦੀ ਆਪਣੀ ਕਥਾ ਦੀ ਆਵਾਜ਼ ਨਾ ਸੁਣੇ, ਉਹਦੇ ਕੋਲੋਂ ਕਥਾ ਨਹੀਂ ਕੀਤੀ ਜਾਂਦੀ। ਅੰਦਰ ਬੈਠਾ ਹੋਇਆ ਆਪ ਹੀ ਬਖਤਾ ਬਣ ਕੇ ਕਥਨ ਕਰ ਰਿਹਾ ਹੈ ਤੇ ਆਪ ਹੀ ਉਸ ਕਥਨ ਕੀਤੇ ਹੋਏ ਨੂੰ ਸੁਣ ਵੀ ਰਿਹਾ ਹੈ। ਕੋਈ ਦੂਜਾ ਸੁਣਨ ਵਾਲਾ ਵੀ ਨਹੀਂ ਤੇ ਦੂਜਾ ਕਥਨ ਕਰਨ ਵਾਲਾ ਵੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਆਪ ਕਥਾ, ਆਪ ਸੁਣਨਾ ਹਾਰ। ਆਪਣੇ ਸਰੂਪ ਨੂੰ ਆਪ ਕਥਨ ਕਰਨ ਵਾਲਾ ਹੈ ਤੇ ਸਰੋਤੇ ਦੇ ਅੰਦਰ ਬੈਠਾ ਹੋਇਆ ਆਪ ਹੀ ਸੁਣਨ ਵਾਲਾ ਹੈ ਆਪਣੇ ਸਰੂਪ ਦੀ ਅਗਮ ਵਿਚਾਰ ਨੂੰ। ਆਪਹਿ ਏਕ ਆਪ ਵਿਸਥਾਰ। ਆਪੇ ਹੀ ਇੱਕੋ ਇੱਕ ਆਪ ਹੈ, ਨਿਰਗੁਣ ਰੂਪ ਜਦੋਂ ਹੈ ਤੇ ਆਪ ਹੀ ਸਰਗੁਣ ਰੂਪ ਹੋ ਕਰਕੇ ਸਾਰਾ ਵਿਸਥਾਰ ਜੋ ਕੀਤਾ ਹੈ ਸੰਸਾਰ। ਮਹਾਰਾਜ ਕਹਿੰਦੇ ਭਾਈ ਇਹਦੇ ਵਿੱਚ ਵੀ ਆਪ ਹੀ ਹੈ, ਕਿਉਂਕਿ ਵਿਸਥਾਰ ਉਹਨਾਂ ਆਪ ਕੀਤਾ ਹੈ ਆਪਣੇ ਆਪ ਤੋਂ। ਇੱਕੋ ਇੱਕ ਆਪ ਨਿਰਗੁਣ ਰੂਪ ਹੈ, ਇੱਕੋ ਇੱਕ ਹੀ ਸਰਗੁਣ ਰੂਪ ਹੋ ਕੇ ਵਾਹਿਗੁਰੂ ਨੇ ਆਪਣਾ ਵਿਸਥਾਰ ਫਲਾ ਕੀਤਾ ਹੈ।
ਜਾ ਤਿਸ ਭਾਵਾ ਤਾ ਸ੍ਰਿਸ਼ਟ ਉਪਾਏ। ਜਾਂ ਤਿਸ ਵਾਹਿਗੁਰੂ ਨੂੰ ਪਾਉਂਦਾ ਤੇ ਮਹਾਰਾਜ ਕਹਿੰਦੇ ਸ੍ਰਿਸ਼ਟੀ ਨੂੰ ਉਤਪੰਨ ਕਰਦਾ ਹੈ ਪਰਮੇਸ਼ਰ। ਜਦੋਂ ਉਹਦੀ ਇੱਛਾ ਜਾਗਦੀ ਹੈ, ਉਹਨੂੰ ਆਪਣੇ ਆਪ ਤੋਂ ਇਹ ਸੰਕਲਪ ਹੁੰਦਾ ਮੈਂ ਇੱਕ ਰੂਪ ਤੋਂ ਬਹੁਤੇ ਰੂਪ ਹੋਵਾਂ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਉਦੋਂ ਮਹਾਰਾਜ ਕਹਿੰਦੇ ਮੇਰਾ ਕਰਤਾ ਪੁਰਖ ਵਾਹਿਗੁਰੂ ਸ੍ਰਿਸ਼ਟੀ ਪੈਦਾ ਕਰ ਦਿੰਦਾ ਏ। ਆਪਣਾ ਭਾਣਾ ਲਏ ਸਮਾਏ। ਫਿਰ ਆਪਣੇ ਭਾਣੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਆਪਣੇ 'ਚ ਹੀ ਸਮਾ ਲੈਂਦਾ ਹੈ। ਆਪਣੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਆਪਣੇ ਅੰਦਰ ਹੀ ਅਭੇਦ ਕਰ ਲੈਂਦਾ ਏ। ਤੁਮ ਤੇ ਭਿੰਨ ਨਹੀਂ ਕਿਛ ਹੋਏ। ਹੇ ਵਾਹਿਗੁਰੂ ਤੇਰੇ ਤੋਂ ਭਿੰਨ ਵੱਖਰਾ ਤਾਂ ਕੋਈ ਕੁਛ ਕਰ ਹੀ ਨਹੀਂ ਸਕਦਾ, ਕੋਈ ਕੁਝ ਹੋ ਹੀ ਨਹੀਂ ਸਕਦਾ। ਤੇਰੇ ਤੋਂ ਭਿੰਨ ਕਿਵੇਂ ਕੋਈ ਹੋ ਸਕਦਾ ਹੈ? ਤੇਰੇ ਤੋਂ ਹੀ ਉਤਪੰਨ ਹੋਇਆ, ਤੇਰੇ 'ਚ ਹੀ ਸਮਾ ਜਾਣਾ ਹੈ। ਤਿਸ ਤੇ ਭਿੰਨ ਫਿਰ ਪੜੋ ਤੁਮ ਤੇ ਭਿੰਨ ਨਹੀਂ ਕਿਛ ਹੋਏ। ਹੇ ਵਾਹਿਗੁਰੂ ਤੇਰੇ ਤੋਂ ਭਿੰਨ ਤਾਂ ਮਹਾਰਾਜ ਕਹਿੰਦੇ ਨਹੀਂ ਕੁਝ ਵੀ ਹੋ ਸਕਦਾ, ਕੁਝ ਹੈ ਹੀ ਨਹੀਂ ਤੇਰੇ ਤੋਂ ਭਿੰਨ ਵੱਖਰਾ। ਆਪਨ ਸੂਤ ਸਭ ਜਗਤ ਪਰੋਏ। ਆਪਣੇ ਹੁਕਮ ਰੂਪੀ ਸੂਤਰ ਦੇ ਅੰਦਰ ਸਾਰੇ ਜਗਤ ਨੂੰ ਇਹ ਵਾਹਿਗੁਰੂ ਆਪ ਨੇ ਪਰੋਇਆ ਹੋਇਆ ਏ। ਜਾ ਕਉ ਪ੍ਰਭ ਜੀਓ ਆਪ ਬੁਝਾਏ। ਜਿਹਨੂੰ ਮੇਰਾ ਪ੍ਰਭੂ ਜੀ ਆਪ ਗੁਰੂ ਜੀ ਦੁਆਰਾ ਬੁਝਾ ਦਿੰਦਾ, ਆਪਣੇ ਸਰੂਪ ਨੂੰ ਜਣਾ ਦਿੰਦਾ ਏ। ਸਚ ਨਾਮ ਸੋਈ ਜਨ ਪਾਏ। ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਭਾਈ ਸੱਚੇ ਨਾਮ ਨੂੰ ਉਹੋ ਹੀ ਜਨ ਪਿਆਰਾ ਪਾਉਂਦਾ ਏ। ਸੋ ਸਮਦਰਸੀ ਤਤ ਕਾ ਬੇਤਾ। ਉਹ ਕੈਸਾ ਹੁੰਦਾ ਫਿਰ? ਮਹਾਰਾਜ ਕਹਿੰਦੇ ਸੋ ਸਮਦਰਸੀ, ਉਹਦੀ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਸੰਮਕ ਦ੍ਰਿਸ਼ਟੀ ਸਾਰਿਆਂ ਵਿੱਚ ਵਾਹਿਗੁਰੂ ਦਿਸਣ ਲੱਗ ਪੈਂਦਾ ਹੈ। ਉਹਦੇ ਲਈ ਸਾਧ ਸੰਗਤ ਜੀ ਕੋਈ ਵੀ ਦੁਸ਼ਮਣ ਮਿੱਤਰ ਨਹੀਂ ਰਹਿ ਜਾਂਦਾ। ਉਹਨੂੰ ਸਮਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਤਤ ਕਾ ਬੇਤਾ, ਉਹ ਤਤ ਸਰੂਪ ਦਾ ਬੇਤਾ ਜਾਣਨ ਵਾਲਾ ਬਣ ਜਾਂਦਾ ਹੈ, ਬ੍ਰਹਮ ਗਿਆਨੀ ਬਣ ਜਾਂਦਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਹਜ਼ੂਰ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਜੇਤੂ ਹੈ, ਸੂਰਬੀਰ ਹੈ, ਜਿਹਨੂੰ ਮਹਾਰਾਜ ਕਹਿੰਦੇ ਸਮਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ। ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਜਿੱਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਦੇ ਤਾਈ। ਜੀ ਜੰਤਰ ਸਭ ਤਾ ਕਾ ਹਾਥ। ਜਿੰਨੇ ਵੀ ਵੱਡੇ ਤੇ ਛੋਟੇ ਭਾਵ ਸਥੂਲ ਤੇ ਸੂਖਸ਼ਮ ਜੀਵ ਜੰਤੂ ਹਨ, ਉਹ ਸਭ ਮਹਾਰਾਜ ਕਹਿੰਦੇ ਤਾ ਕਾ ਹਾਥ ਤੇ ਵਾਹਿਗੁਰੂ ਦੇ ਹੱਥ ਵਿੱਚ ਨੇ। ਦੀਨ ਦਿਆਲ ਅਨਾਥ ਕੋ ਨਾਥ। ਉਹ ਗਰੀਬਾਂ ਤੇ ਦਇਆ ਕਰਨ ਵਾਲਾ ਮੇਰਾ ਵਾਹਿਗੁਰੂ ਅਨਾਥਾਂ ਦਾ ਨਾਥ ਹੈ। ਜਿਹੜੇ ਯਤੀਮ ਨੇ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਮੇਰਾ ਵਾਹਿਗੁਰੂ ਮਾਲਕ ਹੈ। ਜਿਸ ਰਾਖਾ ਤਿਸ ਕੋਇ ਨ ਮਾਰਾ। ਜਿੰਦੀ ਰੱਖਿਆ ਮੇਰਾ ਵਾਹਿਗੁਰੂ ਕਰਦਾ ਹੈ ਨਾ, ਹਜ਼ੂਰ ਕਹਿੰਦੇ ਤਿਸ ਕੋਇ ਨਾ ਮਾਰੈ, ਉਹਨੂੰ ਕੋਈ ਨਹੀਂ ਮਾਰ ਸਕਦਾ। ਮਹਾਰਾਜ ਜੀ ਸਹਿਸਕ੍ਰਿਤੀ ਵਿੱਚ ਕਹਿੰਦੇ ਆ ਮ੍ਰਿਗੀ ਪੇਕੰਤ ਬਦਕ ਪ੍ਰਾਹਰੇਣ ਲੱਖ ਆਵਦਾ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ। ਤੇ ਜੇ ਹੈਗਾ ਨਾ ਰੱਖਣ ਵਾਲਾ, ਅਹੋ ਜਸ ਰਖੇਣ ਗੋਪਾਲ ਹੈਗਾ ਜਿਸ ਨੂੰ ਰੱਖਣ ਵਾਲਾ, ਪ੍ਰਿਥਵੀ ਦਾ ਪਾਲਕ। ਤੇ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਉੱਥੇ ਕਿਹਾ ਨਾਨਕ ਰੋਮ ਨਾ ਛੇਦਿਆ। ਤੇ ਉਹਦਾ ਰੋਮ ਵੀ ਨਹੀਂ ਛੇਦ ਸਕਦਾ, ਕੋਈ ਕੱਟ ਨਹੀਂ ਸਕਦਾ। ਕਦੋਂ? ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਜਿਸ ਰਾਖਾ ਤਿਸ ਕੋਈ ਨਾ ਮਾਰਾ। ਜਿਸ ਦੀ ਰੱਖਿਆ ਮੇਰਾ ਵਾਹਿਗੁਰੂ ਆਪ ਕਰਦਾ, ਤਿਸ ਨੂੰ ਕੋਈ ਨਹੀਂ ਮਾਰ ਸਕਦਾ। ਸੋ ਮੂਆ ਜਿਸ ਮਨ ਹੋ ਵਿਸਾਰਾ। ਹਾਂ, ਉਹ ਮਰ ਜਾਂਦਾ। ਮਹਾਰਾਜ ਕਹਿੰਦੇ ਜਿਹਨੂੰ ਮੇਰਾ ਵਾਹਿਗੁਰੂ ਆਪਣੇ ਮਨੋਂ ਹੀ ਵਿਸਾਰ ਦਿੰਦਾ ਹੈ, ਉਹ ਮਰਿਆ ਹੋਇਆ ਹੈ। ਮਹਾਰਾਜ ਜੀ ਫਰਮਾਉਂਦੇ ਨੇ ਸੋ ਮੂਆ ਜਿਸ ਮਨ ਹੋ ਵਿਸਾਰਾ। ਜਿਸ ਨੇ ਆਪਣੇ ਮਨੋਂ ਵਿਸਾਰ ਦਿੱਤਾ ਹੈ ਨਾ, ਵਾਹਿਗੁਰੂ ਨੂੰ ਭੁਲਾ ਦਿੱਤਾ ਹੈ, ਸੋ ਮੂਆ। ਮਹਾਰਾਜ ਕਹਿੰਦੇ ਉਹ ਮਰਿਆ ਹੋਇਆ ਹੈ, ਉਹ ਮਰ ਗਿਆ ਭਾਈ। ਜੰਮਣ ਮਰਨ ਚ ਆਉਂਦਾ ਜਾਂਦਾ ਰਹਿੰਦਾ ਏ। ਤਿਸ ਤਜ ਅਵਰ ਕਹਾ ਕੋ ਜਾਏ। ਜੇ ਕੋਈ ਕਹੇ ਕਿ ਜੇ ਵਾਹਿਗੁਰੂ ਦਾ ਰਾਜ ਇਸ ਦੇਸ਼ ਵਿੱਚ ਹੈ ਤੇ ਮੈਂ ਮਨ ਦੀ ਮਰਜ਼ੀ ਦੂਜੇ ਦੇਸ਼ ਵਿੱਚ ਜਾ ਕੇ ਕਰ ਸਕਦਾ ਜਿੱਥੇ ਮੇਰੀ ਮਰਜ਼ੀ ਚੱਲੇ, ਤੇ ਮਹਾਰਾਜ ਕਹਿੰਦੇ ਤਿਸ ਤਜ ਅਵਰ ਕਹਾਂ ਕੋ ਜਾਏ। ਤਿਸ ਵਾਹਿਗੁਰੂ ਦੀ ਸ਼ਕਤੀ ਦੇ ਥੱਲੋਂ ਨਿਕਲ ਕੇ ਦੱਸ ਕੋਈ ਕਿੱਥੇ ਜਾ ਸਕਦਾ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਹੁਕਮ ਤਾਂ ਸਾਰੀ ਕਾਇਨਾਤ ਵਿੱਚ ਵਰਤ ਰਿਹਾ। ਜਿੱਥੇ ਤੱਕ ਕਿਸੇ ਦੀ ਪਹੁੰਚ ਹੀ ਹੈ ਨਹੀਂ,
ਉੱਥੇ ਵੀ ਉਹਦਾ ਹੀ ਹੁਕਮ ਵਰਤ ਰਿਹਾ ਹੈ। ਤੇ ਦੱਸੋ ਮਹਾਰਾਜ ਕਹਿੰਦੇ ਤਿਸ ਤਜ ਅਵਰ ਕਹਾਂ ਕੋ ਜਾਏ। ਇੱਕ ਰਾਜ ਵਿੱਚੋਂ ਭਗੌੜੇ ਹੋ ਕੇ ਕਈ ਨਾ ਦੂਜਿਆਂ ਦੇਸ਼ਾਂ ਵਿੱਚ ਜਾ ਕੇ ਸ਼ਰਨ ਲੈ ਲੈਂਦੇ ਤੇ ਉੱਥੇ ਬੈਠੇ ਹੋਏ ਬੜਕਾ ਮਾਰਦੇ ਆ ਦੂਜੇ ਰਾਜੇ ਨੂੰ, ਕਹਿੰਦੇ ਤੂੰ ਕੀ ਕਰ ਲੇਗਾ ਸਾਨੂੰ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਇਹੋ ਜਿਹਾ ਰਾਜ ਹੈ ਜਿਸ ਦਾ ਰਾਜ ਹਰ ਥਾਂ ਤੇ ਚੱਲਦਾ, ਉਸ ਨੂੰ ਤਜ ਕੇ ਛੱਡ ਕਰਕੇ ਦੱਸੋ ਕੋਈ ਕਿੱਥੇ ਭੱਜ ਕੇ ਜਾ ਸਕਦਾ ਏ। ਵਾਹਿਗੁਰੂ ਦੀ ਹਕੂਮਤ ਦੇ ਥੱਲੋਂ ਕੋਈ ਬਾਹਰ ਨਹੀਂ ਨਿਕਲ ਸਕਦਾ। ਸਭ ਸਿਰ ਏਕ ਨਿਰੰਜਨ ਰਾਏ। ਸਾਰਿਆਂ ਦੇ ਸਿਰ ਦੇ ਉੱਤੇ ਸੁੱਧ ਸਰੂਪ ਮਹਾਰਾਜ ਕਹਿੰਦੇ ਉਹ ਆਪ ਵਾਹਿਗੁਰੂ ਰਾਏ ਰਾਜਾ ਸਰੂਪ ਜੋ ਸਭ ਦੀ ਪ੍ਰਤਪਾਲਣਾ ਕਰਦਾ ਏ। ਜੀਏ ਕੀ ਜੁਗਤ ਜਾਂ ਕਾ ਸਭ ਹਾਥ। ਜੀਵ ਆਪਣੀਆਂ ਸਿਆਣਪਾਂ ਦੇ ਘੋੜੇ ਦੜਾਉਂਦਾ ਰਹਿੰਦਾ। ਪਰ ਮਹਾਰਾਜ ਜੀ ਕਹਿੰਦੇ ਜੀ ਕੀ ਜੁਗਤ, ਜੀਵ ਦੇ ਜਿਹੜੀਆਂ ਜੁਗਤਾਂ ਨਾ ਜੀਵ ਦੀਆਂ, ਇਹਦਾ ਭਲਾ ਕਿਵੇਂ ਹੋਣਾ, ਇਹਦਾ ਭਰਮ ਕਿਵੇਂ ਕੱਟਿਆ ਜਾਣਾ, ਕਿਵੇਂ ਇਹਨੇ ਮੁਕਤ ਹੋਣਾ, ਇਹਦੇ ਜਿਹੜੀ ਆ ਅਗਿਆਨਤਾ ਦੀ ਨਾਸ਼, ਜਿਹੜਾ ਗਿਆਨ ਕਿਵੇਂ ਹੋਏਗਾ ਇਹਦੇ ਅੰਦਰੋਂ। ਜੀ ਕੀ ਜੁਗਤ ਜਾ ਕਾ ਸਭ ਹਾਥ। ਜਿਸ ਪਰਮੇਸ਼ਰ ਦੇ ਹੱਥ ਵਿੱਚ ਸਾਰੀਆਂ ਜੀਵ ਦੀਆਂ ਜੁਗਤਾਂ ਹਨ, ਸਾਨੂੰ ਆਪਣਾ ਭਲਾ ਪਤਾ ਹੋਵੇ ਤੇ ਫਿਰ ਅਸੀਂ ਵਿਕਾਰਾਂ ਵਿੱਚ ਕਿਉਂ ਲੱਗੀਏ। ਜੇ ਜਾਣਤ ਆਪਨ ਆਪ ਬਚੈ, ਜੇ ਜਾਣਦਾ ਹੋਵੇ ਜੀਵ ਸਮਝ ਹੋਵੇ ਤੇ ਫਿਰ ਆਪਣਾ ਆਪ ਬਚਾ ਨਾ ਲਵੇ। ਇਹਨੂੰ ਕੱਖ ਨਹੀਂ ਪਤਾ। ਜੁਗਤ ਪਰਮੇਸ਼ਰ ਦੇ ਹੱਥ 'ਚ ਹੈ, ਜੁਗਤ ਬਾਜਾਂ ਵਾਲੇ ਸਤਿਗੁਰਾਂ ਦੇ ਹੱਥ ਵਿੱਚ ਹੈ। ਸਾਰੀ ਸਿੱਖ ਦੀ ਜੁਗਤ ਮਹਾਰਾਜ ਨੂੰ ਪਤਾ ਹੈ ਕਿ ਇਹਦਾ ਭਲਾ ਕਿਵੇਂ ਕਰਨਾ ਹੈ, ਅਸੀਂ ਇਹਨੂੰ ਤਾਰਨਾ ਕਿਵੇਂ ਹੈ, ਇਹਨੂੰ ਆਪਣੇ ਸਰੂਪ ਵਿੱਚ ਅਭੇਦ ਕਿਵੇਂ ਕਰਨਾ ਹੈ। ਤੇ ਅਸੀਂ ਜਦੋਂ ਮਹਾਰਾਜ ਸਾਡਾ ਭਲਾ ਕਰਨ ਲੱਗਦੇ ਆ ਤੇ ਫਿਰ ਕਹਿੰਦੇ ਮਹਾਰਾਜ ਮੇਰਾ ਘਰ, ਮੇਰੇ ਬੱਚੇ, ਮੇਰੀ ਮਾਇਆ। ਮਹਾਰਾਜ ਫਿਰ ਪਿਆਰ ਕਰਦੇ ਆ ਕਿ ਹੌਸਲਾ ਕਰ, ਕੁਛ ਨਹੀਂ, ਇਹ ਤੇਰੇ ਪਹਿਲੋਂ ਵੀ ਨਹੀਂ ਸੀਗੇ, ਕਿਉਂ ਇੰਨਾ ਐਵੇਂ ਮੋਹ ਕਰਕੇ ਜਕੜਿਆ ਹੋਇਆ। ਮਹਾਰਾਜ ਸਾਹਿਬ ਜੀ ਨੇ ਜਦੋਂ ਅਸੀਂ ਸਤਿਗੁਰਾਂ ਦਾ ਇਤਿਹਾਸ ਸੁਣਦੇ ਹਾਂ ਫਿਰ ਸਾਡੇ ਅੰਦਰੋਂ ਜਦੋਂ ਸਾਹਿਬਜ਼ਾਦੇ ਵਾਰੇ ਸੀਗੇ ਤੇ ਸਿੱਖ ਸੁਣ ਕਰਕੇ ਉਸ ਸਮੇਂ ਇੰਨਾ ਕੁ ਮਨ ਦੇ ਅੰਦਰ ਬਰਾਗ ਆਉਂਦਾ ਹੈ, ਇੰਨਾ ਕੁ ਮਿੱਥਿਆ ਸੰਸਾਰ ਫਿਰ ਛੁੱਟਦਾ ਹੈ ਕਿ ਮਹਾਰਾਜ ਜੀ ਨੇ ਐਡਾ ਵੱਡਾ ਦਿਲ ਕਰਕੇ ਸਾਹਿਬਜ਼ਾਦੇ ਦੀਆਂ ਛਾਤੀ ਵਿੱਚ ਵੱਜਦੀਆਂ ਗੋਲੀਆਂ ਅੱਖਾਂ ਨਾਲ ਵੇਖੀਆਂ ਹੋਣਗੀਆਂ ਨਾ, ਕਿਉਂਕਿ ਸਿੱਖਾਂ ਨੂੰ ਇਹ ਉਪਦੇਸ਼ ਦੇਣਾ ਮਹਾਰਾਜ ਜੀ ਨੇ ਕਿ ਮਿੱਥਿਆ ਸੰਸਾਰ, ਧਰਮ ਲਈ ਕੁਰਬਾਨੀ ਕਰਨ ਨੂੰ ਕਿਤੇ ਮੌਕਾ ਮਿਲ ਜੇ ਤਾਂ ਅਜਾਈ ਨਾ ਗਵਾਈ। ਹੱਸ ਹੱਸ ਕੇ ਫਿਰ ਆਪਣਾ ਆਪਾ ਵਾਰ ਦੇਈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜੀਵ ਦੇ ਭਲੇ ਦੀ ਸਾਰੀ ਜੁਗਤ ਪਰਮੇਸ਼ਰ ਦੇ ਹੱਥ ਵਿੱਚ ਹੈ। ਆਪ ਅੰਤਰ ਬਾਹਰ ਜਾਣਹੁ ਸਾਥ। ਮਹਾਰਾਜ ਕਹਿੰਦੇ ਅੰਦਰ ਹਿਰਦੇ ਵਿੱਚ ਵੀ ਤੇ ਬਾਹਰ ਸੰਸਾਰ ਵਿੱਚ ਵੀ ਜਾਣੋ ਸਾਥ ਹੈ ਤੇਰੇ ਉਹ ਵਾਹਿਗੁਰੂ, ਕੋਲ ਹੈ ਤੇਰੇ ਵਾਹਿਗੁਰੂ, ਮਿੱਤਰ ਹੈ ਤੇਰਾ ਉਹ ਪੱਕਾ ਜਿਹੜਾ ਤੇਰੀ ਹਰ ਗੱਲ ਸੁਣਦਾ। ਜਦੋਂ ਦੁਖੀ ਹੋ ਕੇ ਇੱਕ ਵੀ ਹੰਝੂ ਕੇਰਦਾ ਨਾ ਤਾਂ ਪਰਮੇਸ਼ਰ ਉਸੇ ਵੇਲੇ ਤੈਨੂੰ ਆਪਣੇ ਕੰਠ ਲਾ ਕੇ ਪਿਆਰ ਕਰਦਾ। ਇੰਨੀ ਦਇਆ ਤੇਰੇ ਤੇ ਕਰਦਾ ਕਿਸੇ ਨਹੀਂ ਕਰਨੀ, ਤੂੰ ਪਹਿਚਾਨ ਉਸ ਨੂੰ। ਅੰਤਰ ਬਾਹਰ, ਉਹ ਤੇਰੇ ਅੰਦਰ ਵੀ ਸਮਾਇਆ, ਤੇਰੇ ਬਾਹਰ ਵੀ ਉਹ ਸਮਾਇਆ ਹੋਇਆ ਸੰਸਾਰ ਦੇ ਅੰਦਰ। ਅੰਦਰ ਜਾਂਦੇ ਹੋਏ ਸਵਾਸਾਂ ਵਿੱਚ ਵੀ ਉਹੋ ਹੀ ਹੈ, ਬਾਹਰ ਨਿਕਲਦੇ ਹੋਏ ਸਵਾਸਾਂ ਵਿੱਚ ਵੀ ਉਹੋ ਹੀ ਹੈ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੈ ਹੈ ਸੰਗ। ਨਾਲ ਹੈ ਤੂੰ ਮਹਾਰਾਜ, ਅੰਦਰ ਬਾਹਰ ਸਤਿਗੁਰੂ ਜੀ ਕਹਿੰਦੇ ਭਾਈ ਨਾਲ ਹੈ ਗੁਰਸਿੱਖਾ ਤੇਰੇ ਹਰ ਵੇਲੇ। ਗੁਣ ਨਿਧਾਨ ਬੇਅੰਤ ਅਪਾਰ, ਉਹ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਬੇਅੰਤ ਹੈ, ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਉਹਦਾ ਕੋਈ ਪਾਰਾਵਾਰ ਸਿਰਾ ਨਹੀਂ ਹੈ ਕਿ ਇੱਥੋਂ ਸ਼ੁਰੂ ਹੋ ਕੇ ਇੱਥੇ ਖਤਮ ਹੁੰਦਾ ਏ। ਨਾਨਕ ਦਾਸ ਸਦਾ ਬਲਹਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਤਾਂ ਮਹਾਰਾਜ ਆਪ ਦੇ ਦਾਸ ਹਾਂ ਵਾਹਿਗੁਰੂ, ਆਪ ਤੋਂ ਸਦਾ ਹੀ ਬਲਹਾਰ ਕੁਰਬਾਨ ਜਾਂਦੇ ਹਾਂ। ਪੂਰਨ ਪੂਰ ਰਹੇ ਦਇਆਲ। ਮਹਾਰਾਜ ਕਹਿੰਦੇ ਉਹ ਪੂਰਨ ਵਿਆਪਕ ਹੈ ਤੇ ਪੂਰਾ ਭਾਵ ਸਾਰਿਆਂ ਥਾਵਾਂ ਤੇ ਪੂਰ ਰਿਹਾ ਹੈ ਤੇ ਪੂਰਾ ਹੈ ਉਹ ਆਪ, ਅਧੂਰਾ ਨਹੀਂ। ਪੂਰਾ ਹੈ ਆਪ, ਪੂਰਨ ਹੋ ਰਿਹਾ ਸਭ ਥਾਵਾਂ ਤੇ, ਇੱਕ ਜਿਹਾ ਵਿਆਪ ਰਿਹਾ। ਤੇ ਮਹਾਰਾਜ ਕੈਸਾ ਹੈ ਉਹ? ਸਤਿਗੁਰੂ ਜੀ ਕਹਿੰਦੇ ਦਿਆਲੂ ਬੜਾ ਹੈ, ਦਇਆ ਹੀ ਕਰਦਾ, ਮਿਹਰ ਹੀ ਕਰਦਾ। ਮੇਰਾ ਵਾਹਿਗੁਰੂ ਦਇਆ ਦਾ ਆਲ ਘਰ ਹੈ। ਸਭ ਉਪਰ ਹੋਵਤ ਕਿਰਪਾਲ। ਹਜੂਰ ਕਿਸੇ ਕਿਸੇ ਤੇ ਦਇਆ ਕਰਦਾ ਹੈ, ਮਹਾਰਾਜ ਕਹਿੰਦੇ ਨਹੀਂ ਸਭ ਉਪਰ ਹੋਵਤ ਕਿਰਪਾਲ। ਅਕਿਰਤ ਘਣਾ ਹਰ ਪਾਲ ਦਾ ਪ੍ਰਭ ਨਾਨਕ ਸਦ ਬਖਸ਼ਿੰਦ।
ਉਹ ਤਾਂ ਸਦਾ ਹੀ ਬਖਸ਼ਿਸ਼ ਕਰਦਾ, ਸਦਾ ਹੀ ਮਿਹਰ ਕਰਦਾ, ਸਾਰਿਆਂ ਉੱਤੇ ਕਿਰਪਾਲੂ ਹੁੰਦਾ ਹੈ। ਆਪਣੇ ਕਰਤੱਵ ਜਾਣੈ ਆਪ, ਆਪਣੇ ਕਰਤੱਵਾਂ ਨੂੰ ਕੌਤਕਾਂ ਨੂੰ ਆਪ ਹੀ ਜਾਣਦਾ ਮੇਰਾ ਵਾਹਿਗੁਰੂ। ਅੰਤਰਜਾਮੀ ਰਹਿਓ ਵਿਆਪ, ਉਹ ਅੰਤਰਜਾਮੀ ਹੈ, ਦਿਲ ਦੀ ਗੱਲ ਨੂੰ ਬੁੱਝ ਲੈਂਦਾ ਹੈ। ਕੀ ਹੈ ਤੇਰੇ ਅੰਦਰ, ਕੀ ਹੈ ਤੇਰੇ ਪ੍ਰਸ਼ਨ, ਸਭ ਕੁਝ ਬੁੱਝ ਲੈਂਦਾ ਹੈ। ਅੰਤਰਜਾਮੀ ਰਹਿਓ ਵਿਆਪ, ਉਹ ਹੀ ਵਿਆਪ ਰਿਹਾ ਹੈ ਸਭ ਥਾਵਾਂ ਤੇ, ਤੇਰੇ ਅੰਦਰ ਤੇ ਬਾਹਰ। ਪ੍ਰਤਿਪਾਲਾ ਜੀਵਨ ਬਹੁ ਭਾਂਤ, ਬਹੁਤ ਭਾਂਤ ਤਰੀਕਿਆਂ ਦੇ ਨਾਲ ਜੀਆਂ ਦੀ ਪ੍ਰਤਿਪਾਲਣਾ ਕਰਦਾ ਹੈ। ਇੱਕ ਮਾਸਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ 36 ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਤਿਪਾਲਣਾ ਕਰਦਾ ਹੈ। ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨਾ ਕੋਇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿਵੇਂ ਕਿਵੇਂ ਪ੍ਰਤਿਪਾਲਣਾ ਕਰ ਰਿਹਾ ਹੈ। ਪ੍ਰਤਿਪਾਲੈ ਜੀਵਨ ਬਹੁ ਭਾਂਤ, ਬਹੁਤ ਤਰੀਕਿਆਂ ਨਾਲ। ਜਿਹੜੇ ਮਿੱਟੀ ਖਾਂਦੇ ਉਹਨਾਂ ਨੂੰ ਮਿੱਟੀ ਖਾਣ ਨੂੰ ਦੇ ਰਿਹਾ। ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਹਵਾ ਖਾਣ ਵਾਲੇ ਆ, ਖਾਂਦੇ ਹੀ ਹੋਰ ਕੁਛ ਨਹੀਂ, ਉਹਨਾਂ ਨੂੰ ਹਵਾ ਦਿੱਤੀ ਹੋਈ ਹੈ। ਇੱਕ ਮਾਸਹਾਰੀ, ਉਹਨਾਂ ਨੂੰ ਮਾਸ ਦਿੱਤਾ ਹੋਇਆ ਖਾਣ ਨੂੰ। ਇੱਕ ਤ੍ਰਿਣ ਖਾਹੇ, ਇੱਕ ਘਾਹ ਖਾਣ ਵਾਲੇ, ਉਹਨਾਂ ਨੂੰ ਘਾਹ ਦਿੱਤਾ ਹੋਇਆ। ਇੱਕ ਨਾ 36 ਅੰਮ੍ਰਿਤ ਪਾਹੇ, 36 ਪ੍ਰਕਾਰ ਦੇ ਅੰਮ੍ਰਿਤ ਭੋਜਨ ਖਾਣ ਨੂੰ ਬਣਾ ਦਿੱਤੇ ਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਸਾਧੂ ਹੈ ਨਾ, ਨਾਮ ਦੇ ਰਸੀਏ, ਉਹਨਾਂ ਨੂੰ ਇੱਕ ਨਿਰੰਕਾਰ ਦੇ ਨਾਮ ਦਾ ਹੀ ਆਧਾਰ ਆਸਰਾ ਹੈ। ਉਹ ਨਾਮ ਦੇ ਆਸਰੇ ਜੀ ਰਹੇ ਆ, ਕਿਉਂਕਿ ਉਹ ਦੇਣ ਵਾਲਾ ਦਾਤਾ ਸਦਾ ਹੀ ਜਿਉਂਦਾ ਹੈ। ਪ੍ਰਤਿਪਾਲੈ ਜੀਵਨ ਬਹੁ ਭਾਂਤ, ਬਹੁਤ ਭਾਂਤ ਤਰੀਕਿਆਂ ਨਾਲ ਜੀਆਂ ਦੀ ਪ੍ਰਤਿਪਾਲਣਾ ਮੇਰਾ ਵਾਹਿਗੁਰੂ ਕਰ ਰਿਹਾ ਹੈ। ਪਤਾਲਾਂ ਵਿੱਚ ਰਹਿੰਦੇ ਸੱਪਾਂ ਨੂੰ ਰੋਜੀ ਦਿੰਦਾ ਹੈ, ਆਕਾਸ਼ ਵਿੱਚ ਆਕਾਰਚਾਰੀਆਂ ਨੂੰ ਦਿੰਦਾ ਹੈ, ਤੇ ਜੀਵ ਭਰਮ ਚ ਪਿਆ ਹੋਇਆ ਰੋਈ ਜਾਂਦਾ ਕਿ ਭੁੱਖਾ ਨਾ ਕਿਤੇ ਮਰ ਜਾ, ਕੀ ਬਣੂਗਾ, ਕੱਲ ਕਿਵੇਂ ਲੰਘੂਗਾ, ਮੇਰੇ ਪੋਤੇ ਕੀ ਕਰਨਗੇ। ਤੇ ਕਈ ਉਲਾਂਭੇ ਦੇਈ ਜਾਂਦੇ ਆਪਣੇ ਪੁੱਤਾਂ ਨੂੰ, ਉਹ ਤੁਸੀਂ ਮੇਰੇ ਮਰਨ ਤੋਂ ਬਾਅਦ ਭੁੱਖੇ ਮਰਨਾ, ਤੁਹਾਨੂੰ ਨਹੀਂ ਦੁਕਾਨ ਚਲਾਉਣੀ ਆਉਂਦੀ, ਤੁਹਾਨੂੰ ਨਹੀਂ ਖੇਤੀ ਕਰਨੀ ਆਉਂਦੀ। ਇਉਂ ਰੋ ਰੋ ਕੇ ਕਈ ਲਾਂਭੇ ਹੀ ਦੇਈ ਜਾਂਦੇ, ਨਹੀਂ ਪਤਾ ਪ੍ਰਤਿਪਾਲੈ ਜੀਵਨ ਬਹੁ ਭਾਂਤ, ਬਹੁਤ ਭਾਂਤ ਤਰੀਕਿਆਂ ਨਾਲ ਜੀਆਂ ਦੀ ਪ੍ਰਤਿਪਾਲਣਾ ਮੇਰਾ ਵਾਹਿਗੁਰੂ ਕਰ ਰਿਹਾ ਏ। ਜੋ ਜੋ ਰਚਿਓ ਸੋ ਤਿਸਹਿ ਧਿਆਤ, ਜਿਹੜਾ ਜਿਹੜਾ ਵੀ ਰਚਿਆ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੀ ਨੂੰ ਧਿਆ ਰਿਹਾ ਹੈ। ਜਿਹੜੀ ਜਿਹੜੀ ਰਚਨਾ ਮੇਰੇ ਵਾਹਿਗੁਰੂ ਨੇ ਜੋ ਜੋ ਰਚਿਓ, ਜੋ ਜੋ ਵੀ ਰਚਨਾ ਕੀਤਾ ਹੈ, ਤਿਸਹਿ ਧਿਆਤ, ਪਰਮੇਸ਼ਰ ਨੂੰ ਹੀ ਧਿਆ ਰਿਹਾ, ਉਹਦਾ ਹੀ ਨਾਮ ਜਪ ਰਿਹਾ ਏ। ਜਿਸ ਭਾਵੈ ਤਿਸ ਲਏ ਮਿਲਾਏ, ਜਿਹਦੀ ਸ਼ਰਧਾ ਮੇਰੇ ਵਾਹਿਗੁਰੂ ਨੂੰ ਭਾ ਜਾਂਦੀ ਹੈ, ਤਿਸ ਨੂੰ ਆਪਣੇ ਨਾਲ ਮਿਲਾ ਲੈਂਦਾ ਏ। ਭਗਤ ਕਰਹਿ ਹਰ ਕੇ ਗੁਣ ਗਾਏ, ਜਿਹੜੇ ਭਗਤ ਹੈ ਨਾ, ਭਗਤੀ ਕਰਦੇ ਆ ਪਿਆਰ ਨਾਲ। ਮਹਾਰਾਜ ਭਗਤੀ ਕਿਵੇਂ ਕਰਦੇ ਆ? ਹਜੂਰ ਕਹਿੰਦੇ ਹਰ ਕੇ ਗੁਣ ਗਾਏ, ਵਾਹਿਗੁਰੂ ਦੇ ਗੁਣ ਗਾ ਗਾ ਕਰਕੇ ਭਗਤੀ ਕਰਦੇ ਆ। ਤੇ ਭਗਤੀ ਕਰਨ ਵਾਲਿਆਂ ਨੂੰ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ, ਉਹਨਾਂ ਨੂੰ ਭਗਤੀ ਦਾ ਦਾਨ ਦਿੰਦਾ ਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ ਕਰਕੇ ਵਾਹਿਗੁਰੂ ਨੂੰ ਮੰਨ ਲਿਆ ਏ। ਕਰਨਹਾਰ ਨਾਨਕ ਇੱਕ ਜਾਣਿਆ, ਮਹਾਰਾਜ ਕਹਿੰਦੇ ਕਰਨਹਾਰ ਪਰਮੇਸ਼ਰ ਨੂੰ ਉਹਨਾਂ ਨੇ ਜਾਣ ਲਿਆ ਕਿ ਇੱਕੋ ਇੱਕੋ ਵਾਹਿਗੁਰੂ ਆਪ ਹੀ ਸਾਰੇ ਸੰਸਾਰ ਦਾ ਰਚਨਹਾਰ ਹੈ। ਜਨ ਲਾਗਾ ਹਰ ਏਕਾ ਨਾਏ, ਜਨ ਜਿਹੜਾ ਪਿਆਰਾ ਹੈ ਨਾ, ਉਹ ਨਿਸ਼ਚੇ ਨਾਲ ਮਹਾਰਾਜ ਕਹਿੰਦੇ ਲਾਗਾ ਹਰ ਏਕਾ ਨਾਏ। ਇੱਕ ਨਾਮ ਦੇ ਵਿੱਚ ਪਿਆਰਾ ਭਾਈ ਲੱਗ ਗਿਆ ਜਿਹੜਾ, ਤਿਸ ਕੀ ਆਸ ਨਾ ਬਿਰਥੀ ਜਾਏ, ਉਹਦੀ ਕੀਤੀ ਹੋਈ ਆਸਾ ਮਹਾਰਾਜ ਕਹਿੰਦੇ ਬਿਰਥੀ ਨਹੀਂ ਜਾਂਦੀ। ਕਿਉਂਕਿ ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜਨ ਲਾਗਾ ਹਰ ਏਕਾ ਨਾਏ, ਜਿਹੜਾ ਜਨ ਪਿਆਰਾ ਇੱਕ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਿਆ ਨਾ, ਮਹਾਰਾਜ ਕਹਿੰਦੇ ਤਿਸ ਕੀ ਆਸ ਨਾ ਬਿਰਥੀ ਜਾਏ, ਉਹਦੀ ਕੀਤੀ ਹੋਈ ਆਸਾ ਬਿਰਥ ਨਹੀਂ ਜਾਂਦੀ। ਜਿਹੜੀ ਜਿਹੜੀ ਵੀ ਗੱਲ ਮੂੰਹ ਤੋਂ ਕਹਿੰਦੇ ਆ ਨਾ ਜਨ ਪਿਆਰੇ ਨਾਮ ਦੇ ਰਸੀਏ, ਉਹ ਹੀ ਮੇਰਾ ਵਾਹਿਗੁਰੂ ਮੰਨ ਲੈਂਦਾ ਏ। ਸੇਵਕ ਕਉ ਸੇਵਾ ਬਨ ਆਈ, ਜਿਹੜੇ ਸੇਵਕ ਹਨ, ਸੇਵਕ ਨੂੰ ਤਾਂ ਸੇਵਾ ਹੀ ਬਣ ਆਈ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਭਾਵ ਭਗਤੀ ਹੀ ਬਣ ਆਈ ਹੈ, ਨਾਮ ਦੇ ਵਿੱਚ ਪ੍ਰੀਤ ਹੀ ਬਣ ਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਸੀ ਤਾਂ ਤੇਰੇ ਸੇਵਕ ਹਾਂ, ਸਾਨੂੰ ਤਾਂ ਤੇਰੀ ਸੇਵਾ ਹੀ ਬਣ ਆਉਂਦੀ ਹੈ।
ਜੀਆਂ ਨੂੰ ਮੁਕਤ ਕਰਨ ਦੀ ਸੇਵਾ ਗੁਰੂ ਅਰਜਨ ਸਾਹਿਬ ਜੀ ਕਰ ਰਹੇ ਨੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਐਡੀ ਵੱਡੀ ਸੇਵਾ ਮਹਾਰਾਜ ਜੀ ਕਰ ਰਹੇ ਹੈ। ਹਜੂਰ ਕਹਿੰਦੇ ਨੇ, ਹੇ ਨਿਰੰਕਾਰ, ਅਸੀਂ ਤਾਂ ਤੇਰੇ ਸੇਵਾਦਾਰ ਆ। ਜਿਹੜੇ ਸੇਵਕ ਬਣ ਕੇ ਸੇਵਾ ਕਰਦੇ ਆ ਨਾ, ਸੇਵਕ ਕੋ ਸੇਵਾ ਬਣ ਆਈ। ਉਹਨਾਂ ਨੂੰ ਤਾਂ ਸੇਵਾ ਭਗਤੀ ਦੀ, ਨਾਮ ਦੇ ਜਪਣ ਦੀ ਹੀ ਬਣ ਆਉਂਦੀ ਹੈ। ਪ੍ਰੇਮ ਕਰਦੇ ਆ ਨਾਮ ਵਿੱਚ, ਸੇਵਾ ਵਿੱਚ। ਹੁਕਮ ਬੂਝ ਪਰਮ ਪਦ ਪਾਈ। ਵਾਹਿਗੁਰੂ ਜੀ ਦੇ ਹੁਕਮ ਨੂੰ ਗੁਰੂ ਜੀ ਦੁਆਰਾ ਬੁੱਝ ਲੈਂਦੇ ਆ, ਸਮਝ ਲੈਂਦੇ ਆ, ਤੇ ਫਿਰ ਪਰਮ ਪਦ ਪਾਈ, ਕੇਵਲ ਮੁਕਤੀ ਨੂੰ, ਪਰਮ ਪਦਵੀ ਨੂੰ ਪਾ ਲੈਂਦੇ ਆ। ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ, ਪਰਮੇਸ਼ਰ ਦਾ ਰੂਪ ਹੋ ਜਾਂਦੇ ਆ। ਇਸ ਤੇ ਉੱਪਰ ਨਹੀਂ ਵਿਚਾਰ। ਮਹਾਰਾਜ ਕਹਿੰਦੇ ਇਸ ਤੋਂ ਉੱਤੇ ਭਾਈ ਕੋਈ ਵਿਚਾਰ ਨਹੀਂ। ਕੋਈ ਵੇਦਾਂ ਦੀ ਵਿਚਾਰ ਕਰਦਾ ਤੇ ਸੁਣਦਾ, ਕੋਈ ਸ਼ਾਸਤਰ ਕੰਠ ਕਰਦਾ, ਕੋਈ ਕਹਿੰਦਾ ਮੈਨੂੰ ਜਿਹੜੀ ਇਸ ਪ੍ਰਕਾਰ ਸਾਰ ਕਿਤਾਬਲੀ ਯਾਦ ਹੈ ਸਾਰੀ, ਕੋਈ ਕਹਿੰਦਾ ਮੈਂ ਅਧਿਆਤਮ ਪ੍ਰਕਾਸ਼ ਪੜ੍ਹ ਲਿਆ। ਮਹਾਰਾਜ ਕਹਿੰਦੇ ਵਿਚਾਰਾਂ ਤਾਂ ਸਾਰੀਆਂ ਚੰਗੀਆਂ ਨੇ ਭਾਈ, ਪਰ ਇਸ ਤੋਂ ਉੱਪਰ ਕਥਾ ਹੈ ਨਹੀਂ ਕੋਈ ਵੀ। ਮਹਾਰਾਜ ਦੱਸੋ ਕਿਹੜੀ ਕਥਾ ਜਿਸ ਤੋਂ ਉੱਪਰ ਹੋਰ ਕੋਈ ਕਥਾ ਹੀ ਨਹੀਂ। ਮਹਾਰਾਜ ਦੱਸਦੇ ਹਨ, ਜਾਂ ਕਾ ਮਨ ਬਸਿਆ ਨਿਰੰਕਾਰ। ਜਿਸ ਦੇ ਮਨ ਦੇ ਅੰਦਰ ਵਸ ਗਿਆ ਹੈ ਮਾਇਕੀ ਆਕਾਰਾਂ ਤੋਂ ਰਹਿਤ ਮੇਰਾ ਵਾਹਿਗੁਰੂ, ਨਿਰਗੁਣ ਪ੍ਰਮਾਤਮਾ ਜਿਹਦੇ ਅੰਦਰ ਸਾਖਿਆਤ ਹੋ ਗਿਆ ਨਾ, ਮਹਾਰਾਜ ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ। ਇਸ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ ਹੈ। ਜਾਂ ਕਾ ਮਨ ਬਸਿਆ ਨਿਰੰਕਾਰ। ਜਿਸ ਦੇ ਮਨ ਦੇ ਅੰਦਰ ਮੇਰਾ ਵਾਹਿਗੁਰੂ ਆਪ ਵਸ ਗਿਆ, ਸਾਖਿਆਤ ਹੋ ਗਿਆ ਹੈ, ਸਭ ਤੋਂ ਉੱਤਮ ਇਹੀ ਕਥਾ ਹੈ। ਬੰਧਨ ਤੋੜ ਭਏ ਨਿਰਵੈਰ। ਉਹਨੇ ਆਪਣੇ ਬੰਧਨ ਤੋੜ ਦਿੱਤੇ ਸਾਰੇ ਨਾਮ ਦੇ ਪ੍ਰਤਾਪ ਕਰਕੇ, ਤੇ ਨਿਰਵੈਰ ਹੋ ਗਿਆ, ਸਮਦ੍ਰਿਸ਼ਟੀ ਹੋ ਗਈ, ਨਿਰਵੈਰਤਾ ਆ ਗਈ ਅੰਦਰ, ਕਿਸੇ ਨਾਲ ਵੀ ਵੈਰ ਨਹੀਂ ਰਿਹਾ। ਅਨ ਦਿਨ ਪੂਜਾ ਹੈ ਗੁਰ ਕੇ ਪੈਰ। ਉਹ ਫਿਰ ਰਾਤ ਦਿਨ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪੂਜਦੇ ਆ, ਨਿਰੰਕਾਰ ਦੇ ਚਰਨਾਂ ਦੇ ਵਿੱਚ ਸੁਰਤ ਟਿਕਾ ਕੇ ਰੱਖਦੇ ਆ। ਰਾਤ ਦਿਨ ਹੀ ਉਹਨਾਂ ਦਾ ਧਿਆਨ ਲੱਗ ਜਾਂਦਾ ਹੈ, ਤਾਂ ਇਹ ਦ੍ਰਿਸ਼ਟੀ ਮਿਲਦੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਉਹਨਾਂ ਦਾ ਇਹ ਲੋਕ ਸੁਖੀ ਹੋ ਜਾਂਦਾ, ਨਾਮ ਵਿੱਚ ਹਰ ਵੇਲੇ ਵਿਸਮਾਦ ਅਵਸਥਾ ਵਿੱਚ ਰਹਿੰਦੇ। ਤੇ ਪਰਲੋਕ ਤਾਂ ਸੁਹੇਲਾ ਹੋਣਾ ਹੀ ਆ ਜਦੋਂ ਬਿਮਾਨ ਉਤਰਦੇ ਆ ਫਿਰ ਲੈਣ ਵਾਸਤੇ। ਸ਼ਹੀਦ ਸਿੰਘ ਲੈਣ ਨੂੰ ਆਉਂਦੇ ਆ, ਤੇ ਜਿਹਦੀ ਕਮਾਈ ਇੰਨੀ ਹੈ, ਜਿਹਨੂੰ ਖੁਦ 10ਵੇਂ ਪਾਤਸ਼ਾਹੀ ਰੂਪ ਧਾਰ ਕੇ ਦਰਸ਼ਨ ਦੇ ਦਿੰਦੇ ਆ। ਐਸੀ ਸਾਧ ਸੰਗਤ ਜੀ ਦਾਤ ਮਿਲਦੀ ਹੈ। ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਆ। ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਜੀ ਕਹਿੰਦੇ ਮੇਰਾ ਹਰੀ ਪ੍ਰਭੂ ਉਹਨਾਂ ਨੂੰ ਆਪ ਹੀ ਆਪਣੇ ਆਪ ਵਿੱਚ ਮੇਲ ਲੈਂਦਾ ਏ। ਸਾਧ ਸੰਗ ਮਿਲ ਕਰੋ ਆਨੰਦ। ਹਜੂਰ ਕਹਿੰਦੇ ਤੁਸੀਂ ਵੀ ਗੁਰਸਿੱਖੋ ਜੇ ਇਸ ਸੁੱਖ ਨੂੰ ਲੈਣਾ ਨਾ ਤਾਂ ਫਿਰ ਸਾਧ ਸੰਗ ਮਿਲ ਕਰੋ ਆਨੰਦ। ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਕਹਿੰਦੇ ਨਾਮ ਦਾ ਆਨੰਦ, ਸ਼ਬਦ ਵਿੱਚ ਸੁਰਤ ਜੋੜਨ ਦਾ ਆਨੰਦ ਤੁਸੀਂ ਵੀ ਕਰਨਾ ਕਰੋ, ਪ੍ਰਾਪਤ ਕਰੋ। ਗੁਣ ਗਾਵਹੁ ਪ੍ਰਭ ਪਰਮਾਨੰਦ। ਜੋ ਪਰਮ ਆਨੰਦ ਦੀ ਬਖਸ਼ਿਸ਼ ਦੇਣ ਵਾਲਾ ਹੈ ਨਾ ਮੇਰੇ ਪ੍ਰਭੂ ਦਾ ਨਾਮ, ਵਾਹਿਗੁਰੂ ਦੇ ਪ੍ਰਭੂ ਦੇ ਗੁਣਾਂ ਨੂੰ ਸੰਗਤ ਵਿੱਚ ਬੈਠ ਕੇ ਗਾਉਣਾ ਕਰੋ, ਪਰਮ ਆਨੰਦ ਨੂੰ ਪਹੁੰਚ ਜਾਓਗੇ। ਰਾਮ ਨਾਮ ਤਤ ਕਰਹੁ ਵਿਚਾਰ। ਜਿਹੜਾ ਰਾਮ ਦਾ ਨਾਮ ਹੈ ਨਾ ਇਹ ਤਤ ਸਰੂਪ ਹੈ। ਮਹਾਰਾਜ ਕਹਿੰਦੇ ਭਾਈ ਇਹਦੀ ਵਿਚਾਰ ਕਰੋ, ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਦੁਰਲਭ ਦੇਹ ਕਾ ਕਰਹੁ ਉਧਾਰ। ਦੁਰਲਭ ਦੇਹੀ ਹੈ, ਕਠਨ ਲੱਭਣ ਵਾਲੀ, ਬੜੀ ਦੁਸ਼ਤਰ ਹੈ। ਤੇ ਮਹਾਰਾਜ ਕਹਿੰਦੇ ਇਹਦਾ ਉਧਾਰ ਕਰ ਲੋ ਭਾਈ ਰਾਮ ਦੇ ਨਾਮ ਦੀ ਵਿਚਾਰ ਹਿਰਦੇ ਵਿੱਚ ਕਰਕੇ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਮਹਾਰਾਜ ਸਾਹਿਬ ਜੀ ਕਿਵੇਂ ਉਧਾਰ ਕਰੀਦਾ ਦੇਹ ਦਾ? ਮਹਾਰਾਜ ਕਹਿੰਦੇ ਹਰੀ ਦੇ ਗੁਣ ਗਾਓ। ਉਹ ਗੁਣ ਪਤਾ ਕਿਹੇ ਜਿਹੇ ਆ? ਅੰਮ੍ਰਿਤ ਵਰਗੇ ਮਿੱਠੇ ਐ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਹਰੀ ਦੇ ਗੁਣ ਗਾਓ ਜਿਹੜੇ ਅੰਮ੍ਰਿਤ ਵਰਗੇ ਮਿੱਠੇ ਹਨ। ਐਸੀ ਮਿਠਾਸ ਅੰਮ੍ਰਿਤ ਵਰਗੀ ਅੰਦਰ ਪੈਦਾ ਹੋਵੇਗੀ, ਸਭ ਵਿਸ਼ਿਆਂ ਦੀਆਂ ਕੁੜਤਣਾ ਨਿਕਲ ਜਾਣਗੀਆਂ। ਪ੍ਰਾਨ ਤਰਨ ਕਾ ਇਹਾ ਸੁਆਓ। ਜਿਹੜੇ ਅੰਦਰ ਪ੍ਰਾਣ ਵਗ ਰਹੇ ਆ ਨਾ, ਇਹਨਾਂ ਦੇ ਤਰਨ ਦਾ, ਇਹਨਾਂ ਦੀ ਕਲਿਆਣ ਦਾ ਮਹਾਰਾਜ ਕਹਿੰਦੇ ਇਹੀ ਸੁਆਓ ਪ੍ਰਯੋਜਨ ਹੈ, ਇਹੀ ਲਾਭ ਹੈ ਵੱਡਾ ਜੇ ਪ੍ਰਾਣਾਂ ਦਾ ਭਲਾ ਕਰਨਾ ਚਾਹੁੰਦਾ ਹੈ। ਆਠ ਪਹਿਰ ਪ੍ਰਭ ਪੇਖੋ ਨੇਰਾ। 8 ਪਹਿਰ, 4 ਪਹਿਰ ਦਿਨ ਦੇ ਤੇ 4 ਪਹਿਰ ਰਾਤ ਦੇ,
ਪ੍ਰਭੂ ਨੂੰ ਨੇੜੇ ਮਹਾਰਾਜ ਕਹਿੰਦੇ ਵੇਖਣਾ ਕਰੋ। ਮਿਟਾ ਅਗਿਆਨ ਬਿਨਸੈ ਅੰਧੇਰਾ, ਫਿਰ ਅਗਿਆਨਤਾ ਮਿਟ ਜਾਵੇਗੀ ਤੇ ਭਰਮ ਦਾ ਹਨੇਰਾ ਅੰਦਰੋਂ ਮਿਟ ਜਾਵੇਗਾ। ਸੁਨੋ ਉਪਦੇਸ਼ ਹਿਰਦਾ ਵਸਾਵਹੁ, ਪੂਰੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਐਵੇਂ ਇੱਧਰ ਉੱਧਰ ਨਾ ਧਿਆਨ ਕਰਿਆ ਕਰ। ਸੁਣ ਉਪਦੇਸ਼ ਹਿਰਦਾ ਵਸਾਵੋ, ਆਪਣੇ ਮਨ ਤੇ ਟੁਕਾਇਆ ਕਰ। ਮਹਾਰਾਜ ਕਹਿੰਦੇ ਹਿਰਦੇ 'ਚ ਗੁਰਸਿੱਖੋ ਵਸਾ ਲਓ ਪੂਰੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼। ਮਨ ਇੱਛੇ ਨਾਨਕ ਫਲ ਪਾਵਹੁ, ਹਜ਼ੂਰ ਫਰਮਾਉਂਦੇ ਆ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਮਨ ਇੱਛਤ ਸਾਰੇ ਹੀ ਫਲ ਪਾ ਲਵੋਗੇ ਜਦੋਂ ਪੂਰੇ ਗੁਰੂ ਜੀ ਦਾ ਉਪਦੇਸ਼ ਪਿਆਰ ਲਾ ਕੇ ਮਨ ਲਾ ਕੇ ਸੁਣੋਗੇ। ਹਲਤ ਪਲਤ ਦੋਏ ਲੇਹੋ ਸਵਾਰ, ਲੋਕ ਤੇ ਪਰਲੋਕ ਆਪਣੇ ਦੋਵੇਂ ਹੀ ਮਹਾਰਾਜ ਕਹਿੰਦੇ ਸਵਾਰ ਲਓ, ਮਨੁੱਖਾ ਜਨਮ ਮਿਲਿਆ ਏ। ਰਾਮ ਨਾਮ ਅੰਤਰ ਉਰ ਧਾਰ, ਰਾਮ ਦੇ ਨਾਮ ਨੂੰ ਆਪਣੇ ਅੰਦਰ ਹਿਰਦੇ ਵਿੱਚ ਧਾਰਨ ਕਰ ਲਵੋ। ਪੂਰੇ ਗੁਰ ਕੀ ਪੂਰੀ ਦਿਖਿਆ। ਉਰ ਦਾ ਅਰਥ ਸਾਧ ਸੰਗਤ ਜੀ ਜਿਹੜਾ ਹੈ ਆਪਣੇ ਅੰਦਰ ਹਿਰਦੇ ਵਿੱਚ, ਉਰ ਦਾ ਅਰਥ ਹਿਰਦਾ ਹੁੰਦਾ ਹੈ। ਤੋ ਇਸ ਪ੍ਰਕਾਰ ਰਾਮ ਨਾਮ ਅੰਤਰ ਉਰ ਧਾਰ, ਅੰਦਰ ਆਪਣੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਵਸਾ ਲਓ। ਪੂਰੇ ਗੁਰ ਕੀ ਪੂਰੀ ਦਿਖਿਆ, ਪੂਰੇ ਗੁਰੂ ਨਾਨਕ ਸਾਹਿਬ ਜੀ ਜਿਹੜੀ ਦੀਖਿਆ ਨਾ ਸਿੱਖਿਆ, ਇਹ ਵੀ ਮਹਾਰਾਜ ਕਹਿੰਦੇ ਅਧੂਰੀ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ ਪੂਰੀ ਸਿੱਖਿਆ ਹੈ ਗੁਰੂ ਨਾਨਕ ਸਾਹਿਬ ਜੀ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੀ ਸਿੱਖਿਆ ਹੈ, ਪੂਰਨ ਕਲਿਆਣ ਦੇਣ ਵਾਲੀ ਹੈ। ਜਿਸ ਮਨ ਬਸਾ ਤਿਸ ਸਾਚ ਪਰਿਖਿਆ, ਜਿਹਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਵਸ ਜਾਂਦੀ ਹੈ ਨਾ, ਮਹਾਰਾਜ ਕਹਿੰਦੇ ਉਹਨੇ ਸੱਚ ਨੂੰ ਪਰਿਖਿਆ, ਪਰਖ ਲਿਆ ਹੈ। ਉਹਨੂੰ ਪਤਾ ਲੱਗ ਗਿਆ ਕਿ ਸੱਚਾ ਆਪ ਹੀ ਵਰਤ ਰਿਹਾ ਏ। ਮਨ ਤਨ ਨਾਮ ਜਪਹੁ ਲਿਵ ਲਾਏ, ਲਿਵ ਲਾ ਕੇ ਸੁਰਤ ਲਾ ਕੇ ਮਹਾਰਾਜ ਕਹਿੰਦੇ ਭਾਈ ਤਨ ਕਰਕੇ ਵੀ ਤੇ ਮਨ ਕਰਕੇ ਵੀ ਲਿਵ ਲਾਓ। ਤਨ ਕਰਕੇ ਕਿਵੇਂ ਲਿਵ ਲਾਓ? ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਵੇਲੇ ਚੌਂਕੜਾ ਲਾ ਲਓ, ਤੇ ਤਨ ਕਰਕੇ ਜਦੋਂ ਤੁਸੀਂ ਚੌਂਕੜਾ ਲਾਓਗੇ ਤੇ ਮਨ ਕਰਕੇ ਫਿਰ ਵਾਹਿਗੁਰੂ ਵਾਹਿਗੁਰੂ ਜਪੋ। ਲਿਵ ਲਾ ਲਓ, ਇੱਕ ਸੁਰਤ ਲਾ ਲਓ ਗੁਰੂ ਜੀ ਦੇ ਸ਼ਬਦ ਦੇ ਨਾਲ। ਦੁੱਖ ਦਰਦ ਮਨ ਤੇ ਭਾਉ ਜਾਏ, ਫਿਰ ਸਾਰੇ ਜੰਮਣ ਮਰਨ ਦੇ ਦੁੱਖ, ਅਵਿਦਿਆ ਦੀਆਂ ਦਰਦ ਪੀੜਾਂ, ਦੁੱਖ ਦਰਦ ਮਨ ਤੇ ਭਾਉ ਜਾਏ। ਮਨ ਤੋਂ ਮਰਨ ਦਾ ਭਾਉ ਡਰ ਵੀ ਚਲਿਆ ਜਾਵੇਗਾ। ਸੱਚ ਵਪਾਰ ਕਰਹੁ ਵਪਾਰੀ, ਹੇ ਗੁਰਸਿੱਖੋ ਵਪਾਰੀ ਬਣ ਕੇ ਸੱਚੇ ਨਾਮ ਦਾ ਵਪਾਰ ਕਰੋ। ਤਨ ਮਨ ਧਨ ਵੇਚ ਦਿਓ ਸਤਿਗੁਰੂ ਜੀ ਦੇ ਅੱਗੇ। ਤਨ ਮਨ ਧਨ ਸਭ ਸੌਂਵ ਗੁਰੂ ਕੋ ਹੁਕਮ ਮੰਨਿਆ ਪਾਈਐ। ਇਹ ਸੱਚੇ ਨਾਮ ਦਾ ਵਪਾਰ ਕਰ ਲਓ। ਗੁਰੂ ਨਾਨਕ ਸਾਹਿਬ ਦੇ ਕੋਲੋਂ ਇਹ ਪੂੰਜੀ ਲੈ ਲਓ, ਨਾਮ ਦੇ ਧਨ ਦੀ। ਵਪਾਰੀ ਬਣ ਕੇ ਵਪਾਰ ਕਰੋ। ਦਰਗਹ ਨਿਭਾ ਖੇਪ ਤੁਮਾਰੀ, ਇਹ ਜਿਹੜੀ ਨਾਮ ਦੀ ਖੇਪ ਪੂੰਜੀ ਹੈ ਨਾ, ਜਿਹੜੀ ਪੂਰੇ ਗੁਰੂ ਜੀ ਤੋਂ ਮਿਲਦੀ ਹੈ, ਮਹਾਰਾਜ ਕਹਿੰਦੇ ਭਾਈ ਇਹ ਦਰਗਾਹ ਦੇ ਅੰਦਰ ਪੂਰੀ ਸਿਰ ਤੋੜ ਨਿਭਦੀ ਹੈ। ਫਿਰ ਦਰਗਾਹ ਨਿਭੈ ਖੇਪ ਤੁਮਾਰੀ, ਇਹ ਤੇਰੀ ਕਮਾਈ ਹੋਈ ਨਾਮ ਦੀ ਮਾਇਆ, ਇਹ ਨਾਮ ਦਾ ਧਨ ਸਿਰ ਤੋੜ ਪਰਲੋਕ ਦਰਗਾਹ ਵਿੱਚ ਪੂਰਾ ਨਿਭ ਜਾਵੇਗਾ। ਏਕਾ ਟੇਕ ਰੱਖੋ ਮਨ ਮਾਹੇ, ਇੱਕੋ ਇੱਕ ਵਾਹਿਗੁਰੂ ਦੀ ਟੇਕ, ਵਾਹਿਗੁਰੂ ਦਾ ਆਸਰਾ ਮਨ ਦੇ ਅੰਦਰ ਰੱਖਣਾ ਕਰੋ। ਨਾਨਕ ਬਾਹਰ ਨ ਆਵਹਿ ਜਾਹੇ, ਮਹਾਰਾਜ ਕਹਿੰਦੇ ਬੜੋ ਫਿਰ ਸੰਸਾਰ ਵਿੱਚ ਜਨਮ ਲੈ ਕੇ ਆਓਗੇ ਨਹੀਂ ਤੇ ਮਰ ਕੇ ਜਾਓਗੇ ਨਹੀਂ। ਜਦੋਂ ਵਾਹਿਗੁਰੂ ਦੀ ਟੇਕ ਲੈ ਲਈ, ਆਸਰਾ ਲੈ ਲਿਆ ਨਿਰੰਕਾਰ ਦਾ, ਤਿਸ ਤੇ ਦੂਰ ਕਹਾ ਕੋ ਜਾਏ। ਫਿਰ ਮਹਾਰਾਜ ਕਹਿੰਦੇ ਨੇ ਜੇ ਤੂੰ ਇਹ ਸੋਚੇ ਕਿ ਮੈਂ ਮਰਨਾ ਨਹੀਂ ਹੈ, ਮੈਂ ਮਰਨਾ ਚਾਹੁੰਦਾ ਨਹੀਂ, ਜੇ ਇਸ ਦੇਸ਼ ਵਿੱਚ ਵਾਹਿਗੁਰੂ ਦਾ ਹੁਕਮ ਵਰਤਦਾ ਮੇਰੀ ਮੌਤ ਆਉਣੀ ਹੈ, ਤਾਂ ਹਜ਼ੂਰ ਕਹਿੰਦੇ ਤਿਸ ਤੇ ਦੂਰ ਕਹਾਂ ਕੋ ਜਾਏ। ਤਿਸ ਵਾਹਿਗੁਰੂ ਤੋਂ ਦੂਰ ਦੱਸੋ ਕੋਈ ਕਿੱਥੇ ਜਾ ਸਕਦਾ ਹੈ। ਜੇ ਕੋਈ ਕਹੇ ਕਿ ਇੱਥੋਂ ਜਹਾਜ਼ ਚੜ੍ਹ ਕੇ ਮੈਂ ਕੈਨੇਡਾ ਚੱਲਦਾ, ਤੇ ਪੁੱਛੋ ਉੱਥੇ ਨਹੀਂ ਮਰਦੇ? ਤੇ ਉੱਥੇ ਉਹਨਾਂ ਕੋਲ ਇਹੋ ਜਿਹੇ ਸ਼ਮਸ਼ਾਨ ਘਾਟ ਨੇ, ਬਟਨ ਨੱਪਦੇ ਸਭ ਕੁਝ ਸਵਾਹ ਹੋਈ ਜਾਂਦੇ, 100 ਹਜ਼ਾਰ ਮੁਰਦੇ ਇਕੱਠੇ ਹੀ ਸਾੜੀ ਜਾਂਦੇ। ਇੱਥੇ ਤੇ ਲੱਕੜਾਂ ਬਲਦੀਆਂ ਦਿਸਦੀਆਂ ਨੇ, ਉੱਥੇ ਤੇ ਬਟਨ ਹੀ ਨੱਪਦੇ। ਕੌਣ ਕਿੱਥੇ ਸਥਿਰ ਰਹਿ ਸਕਦਾ ਹੈ? ਇਸ ਧਰਤੀ ਤੇ ਕੋਈ ਥਾਂ ਨਹੀਂ। ਸਿੱਧ ਆਕਾਸ਼ ਵਿੱਚ ਉੱਡ ਕੇ ਹੋਰਨਾਂ ਪੁਰੀਆਂ ਤੇ ਚਲੇ ਜਾਂਦੇ ਸੀ, ਤੇ ਕੀ ਉਹ ਰਹਿ ਸਕਦੇ ਆ? ਮਹਾਰਾਜ ਕਹਿੰਦੇ ਤਿਸ ਤੇ ਦੂਰ ਕਹਾਂ ਕੋ ਜਾਏ, ਤਿਸ ਵਾਹਿਗੁਰੂ ਤੋਂ ਦੂਰ ਦੱਸੋ ਕੋਈ ਕਿੱਥੇ ਜਾ ਸਕਦਾ ਹੈ। ਉਹਦੇ ਹੁਕਮ ਵਿੱਚ ਤਾਂ ਪਿਆ ਸ਼ਿਵ ਜੀ ਕੰਬ ਰਿਹਾ, ਬ੍ਰਹਮਾ ਡਰ ਰਿਹਾ, ਵਿਸ਼ਨੂੰ ਡਰ ਰਿਹਾ, ਤੇ ਉਹ ਖੁਦ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਣ ਵਾਲੇ ਆ। ਦੱਸ ਕਿੱਥੇ ਜਾਏਗਾ ਤੂੰ?
ਸਵਰਗਾਂ ਵਿੱਚ ਇੰਦਰ ਨੂੰ ਗਸ਼ ਪੈਂਦੀ ਹੈ ਜਦੋਂ ਗਲ 'ਚ ਪਈ ਹੋਈ ਮਾਲਾ ਦਾ ਇੱਕ ਫੁੱਲ ਸੁੱਕ ਜਾਂਦਾ। ਜਦੋਂ ਸਾਰੀ ਮਾਲਾ ਸੁੱਕ ਜਾਣੀ ਉਹਨੂੰ ਸਵਰਗਾਂ 'ਚੋਂ ਰੇੜ ਦੇਣਾ ਅਗਲਿਆਂ ਨੇ, ਚੱਲ ਬਈ ਤੂੰ ਹੁਣ ਤੇਰੇ ਪੂਰੇ ਹੋ ਗਏ ਦਿਨ। ਤਿਸਤੇ ਦੂਰ ਕਹਾਂ ਕੋ ਜਾਏ, ਦੱਸ ਕਿੱਥੇ ਚੱਲ ਜਾਏਗਾ? ਪਰਮੇਸ਼ਵਰ ਤੋਂ ਦੂਰ ਨਹੀਂ ਤੂੰ ਕਿਤੇ ਵੀ ਜਾ ਸਕਦਾ। ਵਾਹਿਗੁਰੂ ਤਾਂ ਸਦਾ ਹੀ ਮਹਾਰਾਜ ਕਹਿੰਦੇ ਨੇ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਪਹਿਚਾਣ ਲੈ ਇਸ ਗੱਲ ਨੂੰ, ਉਹ ਤੇਰੇ ਨੇੜੇ ਤੋਂ ਨੇੜੇ ਹੈ, ਉਹਦੇ ਤੋਂ ਦੂਰ ਤੂੰ ਜਾ ਹੀ ਨਹੀਂ ਸਕਦਾ। ਤੂੰ ਭਰਮ ਕਰਕੇ ਹੀ ਐਵੇਂ ਭੁੱਲਿਆ ਫਿਰਦਾ ਏ। ਉਬਰਾ ਰਾਖਨ ਹਾਰ ਧਿਆਏ, ਉਬਰ ਜਾਏਗਾ, ਬਚ ਜਾਏਗਾ ਕਾਲ ਤੋਂ ਜੇ ਰੱਖਣ ਹਾਰ ਪਰਮੇਸ਼ਰ ਨੂੰ ਧਿਆ ਲਵੇਂਗਾ। ਨਿਰਭਉ ਜਪਾ ਸਗਲ ਭਉ ਮਿਟਾ। ਫਿਰ ਮਹਾਰਾਜ ਮੈਂ ਕੀ ਕਰਾਂ? ਹਜੂਰ ਕਹਿੰਦੇ ਨਿਰਭਉ ਪਰਮੇਸ਼ਰ ਨੂੰ ਜਪ ਲੈ। ਜਦੋਂ ਤੂੰ ਆਖੇਂਗਾ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਉਦੋਂ ਤੇਰੇ ਅੰਦਰੋਂ ਸਾਰੀਆਂ ਜਿੰਨੀਆਂ ਚੀਜ਼ਾਂ ਗਲਤ ਵੜੀਆਂ ਹੋਈਆਂ ਨਾ ਇਸ ਮੰਤਰ ਦੀ ਪੁਰਜੋਰ ਸ਼ਕਤੀ ਨਾਲ ਨਿਕਲ ਜਾਣਗੀਆਂ। ਉਹ ਨਿਰਭਉ ਹੈ, ਆਪ ਡਰ ਤੋਂ ਰਹਿਤ ਹੈ। ਜਿਹੜੇ ਤੈਨੂੰ ਡਰ ਵਿਆਪ ਰਿਹਾ ਨਾ, ਭੈ ਮਰਬੇ ਕੋ ਬਿਸਰਤ ਨਾਹੀ ਤਿਹ ਚਿੰਤਾ ਤਨ ਜਾਰਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਸ ਚਿੰਤਾ ਨੇ ਤੇਰੇ ਮਨ ਨੂੰ ਸਾੜ ਛੱਡਿਆ। ਮਰਨ ਦਾ ਡਰ ਨਹੀਂ ਜੀਵਨ ਦੇ ਅੰਦਰੋਂ ਮੁੱਕਦਾ, ਉਦੋਂ ਹੀ ਮੁੱਕਦਾ ਜਦੋਂ ਵਾਹਿਗੁਰੂ ਇੱਕਮਿਕ ਹੋ ਜਾਵੇ। ਤੇ ਮਹਾਰਾਜ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ, ਤੇਰੇ ਸਾਰੇ ਡਰ ਮਿਟ ਜਾਣਗੇ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ, ਮੇਰੇ ਪ੍ਰਭੂ ਦੀ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਣਾ ਧਾਰੀ ਜੀਵ ਬੰਧਨਾਂ ਤੋਂ ਫਿਰ ਛੁੱਟ ਜਾਂਦੇ ਆ। ਜਿਸ ਪ੍ਰਭ ਰਾਖਾ ਤਿਸ ਨਾਹੀ ਦੁਖ, ਮਹਾਰਾਜ ਕਹਿੰਦੇ ਜਿਹਨੂੰ ਮੇਰਾ ਪ੍ਰਭੂ ਰੱਖ ਲੈਂਦਾ ਨਾ ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਨਾਮ ਜਪਤ ਮਨ ਹੋਵਤ ਸੁਖ, ਨਾਮ ਜਪਦੇ ਹੀ ਮਨ ਦੇ ਅੰਦਰ ਮਹਾਰਾਜ ਕਹਿੰਦੇ ਆਤਮਕ ਆਨੰਦ ਦਾ ਸੁਖ ਹੋ ਆਵੇਗਾ। ਤੂੰ ਨਾਮ ਜਪ ਤਾਂ ਸਹੀ, ਤੇਰੇ ਜਪਣ 'ਚ ਕਿਤੇ ਨੁਕਸ ਵੈ। ਜਦੋਂ ਤੂੰ ਪਿਆਰ ਨਾਲ ਜੁੜ ਗਿਆ ਤੇ ਆਤਮ ਸੁਖ ਨੂੰ ਪਾ ਕੇ ਨਿਹਾਲ ਹੋਵੇਂਗਾ। ਚਿੰਤਾ ਜਾਏ ਮਿਟਾਏ ਅਹੰਕਾਰ, ਹੁਣ ਜਿਹੜਾ ਚਿੰਤਾ 'ਚ ਤੇਰਾ ਮਨ ਰਾਤ ਦਿਨੇ ਰੁੜਿਆ ਰਹਿੰਦਾ ਨਾ, ਚਿੰਤਾ ਜਾਏ ਮਿਟਾਏ ਅਹੰਕਾਰ, ਅੰਦਰੋਂ ਜਦੋਂ ਹੰਕਾਰ ਮਿਟ ਗਿਆ ਨਾ ਸਾਰੀ ਤੇਰੀ ਚਿੰਤਾ ਨਾਲ ਹੀ ਬਿਨਸ ਜਾਣੀ ਹੈ। ਸਾਰੀ ਚਿੰਤਾ ਨਾਸ਼ ਹੋ ਗਈ ਤੇ ਕਿੰਨਾ ਸੁਖ ਹੋਵੇਗਾ। ਜਿਹੜਾ ਅਚਿੰਤ ਹੋ ਜਾਂਦਾ ਹੈ ਨਾ ਉਹਨੂੰ ਕਿੰਨਾ ਕੁ ਆਨੰਦ ਹੁੰਦਾ ਹੈ, ਇਹ ਤਾਂ ਉਹ ਹੀ ਜਾਣਦਾ ਹੈ। ਮਹਾਰਾਜ ਕਹਿੰਦੇ ਸਾਰਾ ਹੰਕਾਰ ਮਿਟਣੇ ਕਰਕੇ ਤੇਰੀ ਚਿੰਤਾ ਚਲੀ ਜਾਏਗੀ। ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ, ਉਸ ਜਨ ਪਿਆਰੇ ਨੂੰ ਜਿਹਦਾ ਹੰਕਾਰ ਨਾਸ ਹੋ ਗਿਆ, ਮਹਾਰਾਜ ਕਹਿੰਦੇ ਉਹਦੇ ਬਰਾਬਰ ਭਾਈ ਕੋਈ ਨਹੀਂ ਪਹੁੰਚ ਸਕਦਾ। ਸਿਰ ਉਪਰ ਠਾਠਾ ਗੁਰ ਸੂਰਾ, ਜਿਨ੍ਹਾਂ ਦੇ ਸਿਰ ਦੇ ਉੱਪਰ ਸੂਰ ਬੀਰ ਬਲੀ ਬਹਾਦਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੜੇ ਹੈ। ਜਿਨ੍ਹਾਂ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਦੇਖ ਪ੍ਰਤਾਪ ਜਮ ਡਰਿਓ, ਯਮਰਾਜ ਵੀ ਭੈ ਕਰਦਾ ਜਿਨ੍ਹਾਂ ਸਤਿਗੁਰਾਂ ਜੀ ਦਾ ਵੇਖ ਕੇ ਪ੍ਰਤਾਪ। ਐਸੇ ਸਤਿਗੁਰੂ ਜੀ ਜਦੋਂ ਸਿਰ ਦੇ ਉੱਤੇ ਖੜੇ ਹੈ, ਇਹ ਭਾਵਨਾ ਸਾਡੇ ਮਨ ਦੇ ਅੰਦਰ ਹੋਣੀ ਚਾਹੀਦੀ ਹੈ ਕਿ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਹੋਇਆ ਹੈ। ਤੇ ਜਦੋਂ ਹਰ ਵੇਲੇ ਇਹ ਭਾਵਨਾ ਬਣੀ ਰਹੇਗੀ, ਸਤਿਗੁਰੂ ਜੀ ਜਦੋਂ ਸਿਰ ਤੇ ਹੱਥ ਰੱਖ ਦੇਣ ਤਾਂ ਫਿਰ ਬਾਣੀ ਕਹਿੰਦੀ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਨ੍ਹਾਂ ਦੇ ਚਰਨਾਂ ਨੂੰ ਵੇਖ ਕਰਕੇ ਭੱਟ ਕਹਿੰਦੇ ਆ ਦੇਖ ਚਰਨ ਅਗਨ ਹਰਿਓ, ਕਹਿੰਦੇ ਆ ਜਿਨ੍ਹਾਂ ਦੇ ਚਰਨਾਂ ਨੂੰ ਵੇਖ ਕਰਕੇ ਹੀ ਰੱਜ ਆ ਜਾਂਦਾ ਹੈ, ਤ੍ਰਿਪਤੀ ਆ ਜਾਂਦੀ ਹੈ। ਦੇਖ ਪ੍ਰਤਾਪ ਜਮ ਡਰਿਓ, ਜਿਨ੍ਹਾਂ ਦਾ ਪ੍ਰਤਾਪ ਵੇਖ ਕਰਕੇ ਜਮ ਵੀ ਭੈ ਭੀਤ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿਰ ਉੱਪਰ ਠਾਡਾ ਗੁਰ ਸੂਰਾ, ਜਿਨ੍ਹਾਂ ਦੇ ਸਿਰ ਦੇ ਉੱਤੇ ਸੂਰਬੀਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋਤੀ ਸਰੂਪ ਸਤਿਗੁਰੂ ਜੀ ਆਪ ਖੜੇ ਹਨ। ਨਾਨਕ ਤਾਂ ਕੇ ਕਾਰਜ ਪੂਰਾ, ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਤੇਰੇ ਸਾਰੇ ਕਾਰਜ ਭਾਈ ਪੂਰੇ ਹੋ ਜਾਂਦੇ। ਗੁਰੂ ਸਾਹਿਬ ਆਪ ਹੀ ਸਾਰੇ ਕਾਰਜਾਂ ਵਿੱਚ ਵਰਤ ਕੇ ਕਾਰਜ ਪੂਰੇ ਕਰ ਦਿੰਦੇ ਆ, ਕਿਉਂਕਿ ਮਹਾਰਾਜ ਆਪ ਵਿੱਚ ਆ ਕਰਕੇ ਖਲੋ ਜਾਂਦੇ। ਜਦੋਂ ਸਤਿਗੁਰੂ ਜੀ ਆਪ ਆ ਕਰਕੇ ਖਲੋ ਜਾਂਦੇ ਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਕਾਰਜ ਅਧੂਰਾ ਕਿਵੇਂ ਫਿਰ ਰਹਿ ਸਕਦਾ ਹੈ। ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਿਰ ਦੇ ਉੱਤੇ ਖੜੇ ਆ ਰੱਖਿਆ ਕਰਨ ਨੂੰ, ਉਹਨਾਂ ਦੇ ਭਾਈ ਸਾਰੇ ਕਾਰਜ ਮੁਕਤ ਹੋਣ ਦੇ, ਇਸ ਸੰਸਾਰ ਦੇ
ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਂਦੀਆਂ ਨੇ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ। ਇਹ ਹੁਣ ਮਹਾਰਾਜ ਜੀ 8ਵੀਂ ਪੌੜੀ ਹਜੂਰ ਸਮਾਪਤੀ ਕਰਦੇ ਐ। ਅਸ਼ਟਪਦੀ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਜਿਹੜੀ ਮਤ ਹੈ ਨਾ ਸਿੱਖਿਆ ਗੁਰੂ ਨਾਨਕ ਸਾਹਿਬ ਜੀ ਦੀ ਮਤ ਪੂਰੀ ਸਿੱਖਿਆ ਹੈ। ਪੂਰੀ ਮਤ ਦਿੰਦੇ ਮਹਾਰਾਜ, ਅਧੂਰੀ ਮਤ ਨਹੀਂ ਦਿੰਦੇ ਕਿ ਸਿੱਖ ਨੇ ਦੀਕਸ਼ਾ ਮੰਤਰ ਲਿਆ, ਸੰਗਤ ਕਰਦਾ ਹੈ ਤੇ ਗੁਰੂ ਸਾਹਿਬ ਤੇ ਅਟੱਲ ਵਿਸ਼ਵਾਸ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਿੱਖ ਨੂੰ ਡਿੱਗਣ ਨਹੀਂ ਦਿੰਦੇ ਗਰੀਬ ਨਵਾਜ। ਜਦੋਂ ਆਪ ਹੀ ਸਤਿਗੁਰੂ ਜੀ ਆ ਕੇ ਖਲੋ ਜਾਂਦੇ ਆ ਵਿੱਚ, ਤੇ ਫਿਰ ਸਿੱਖ ਡਿੱਗ ਕਿਵੇਂ ਸਕਦਾ? ਉਸ ਸਿੱਖ ਦੀ ਤਾਕਤ ਵੇਖ ਕੇ ਸੰਸਾਰ ਦੰਗ ਰਹਿ ਜਾਂਦਾ, ਹੈਰਾਨ ਰਹਿ ਜਾਂਦਾ ਸੰਸਾਰ ਕਿ ਏਡੀ ਸ਼ਕਤੀ, ਐਡਾ ਦ੍ਰਿੜ ਵਿਸ਼ਵਾਸ। ਜੋ ਮੂੰਹ ਤੋਂ ਬੋਲ ਕਹਿੰਦੇ ਆ ਨਾ, ਫਿਰ ਸਾਧ ਸੰਗਤ ਜੀ ਜ਼ਾਲਮ ਵੀ ਥਰ ਥਰ ਕੰਬਦੇ ਆ ਉਹਨਾਂ ਦੇ ਬੋਲਾਂ ਨੂੰ ਸੁਣ ਕਰਕੇ। ਸਤਿਗੁਰੂ ਜੀ ਕਹਿੰਦੇ ਆ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਮਤ ਪੂਰੀ ਮਤ ਹੈ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਸਿੱਖਿਆ। ਤੇ ਫਿਰ ਅੰਮ੍ਰਿਤ ਜਾ ਕੀ ਦ੍ਰਿਸ਼ਟ, ਜਿਨ੍ਹਾਂ ਸਤਿਗੁਰਾਂ ਜੀ ਦੀ ਦ੍ਰਿਸ਼ਟੀ ਤੋਂ ਅੰਮ੍ਰਿਤ ਵਰਦਾ ਸੀ, ਕੌਡੇ ਤੇ ਪਈ ਸੀ ਤੇ ਮਹਾਰਾਜ ਉਹਨੂੰ ਨਿਹਾਲ ਕਰਤਾ, ਨੂਰਸ਼ਾਂ ਤੇ ਪਈ ਤੇ ਉਹਨੂੰ ਬ੍ਰਹਮ ਗਿਆਨ ਦੇ ਦਿੱਤਾ। ਜਿਹਦੇ ਤੇ ਨਿਗਾਹ ਪਈ ਉਹ ਕੰਡਿਆਲਾ ਘਾਟ ਵਿੱਚ ਕੋੜੀ ਤੇ ਪੈ ਗਈ, ਸਾਰਾ ਕੋੜ ਹੀ ਲਾਤਾ। ਮਹਾਰਾਜ ਆਖਿਆ, ਜੀਓ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਐਸਾ ਸ਼ਬਦ ਉਚਾਰਿਆ ਕਿ ਕੋੜੀ ਦਾ ਕੋੜ ਹੀ ਨਾਸ ਕਰ ਦਿੱਤਾ। ਅੰਮ੍ਰਿਤ ਜਾ ਕੀ ਦ੍ਰਿਸ਼ਟ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਇਹੋ ਜਿਹਾ ਅੰਮ੍ਰਿਤ ਵਰਦਾ ਕਿ ਰਾਜੇ ਸ਼ਿਵ ਨਾਭ ਨੂੰ ਲਿਵ ਲੱਗ ਗਈ। ਜਿਨ੍ਹਾਂ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚੋਂ ਇਹੋ ਜਿਹਾ ਅੰਮ੍ਰਿਤ ਵਰਦਾ ਕਿ ਸਾਧ ਸੰਗਤ ਜੀ ਜਿਨੇ ਦਰਸ਼ਨ ਪਾਇਆ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਭਾਈ ਉਹ ਨਿਹਾਲ ਹੋਏ ਆ। ਦਰਸ਼ਨ ਵੇਖਤ ਉਧਰਤ ਸ੍ਰਿਸ਼ਟ, ਦਰਸ਼ਨ ਵੇਖਦਿਆਂ ਹੀ ਸ੍ਰਿਸ਼ਟੀ ਉਧਰਦੀ ਹੈ। ਐਸਾ ਦਰਸ਼ਨ ਹੈ ਮੇਰੇ ਗੁਰੂ ਨਾਨਕ ਸਾਹਿਬ ਦਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਦਰਸ਼ਨ ਵੇਖਤ ਉਧਰਤ ਸ੍ਰਿਸ਼ਟ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ, ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਵਿਟਾਲੇ ਆਈ। ਜਦੋਂ ਗੁਰੂ ਨਾਨਕ ਸਾਹਿਬ ਜੀ ਅਚਲ ਵਿਟਾਲੇ ਆਏ ਨਾ, ਸ਼ਿਵਰਾਤਰੀ ਦਾ ਮੇਲਾ ਸੀ, ਉੱਥੇ ਸ਼ਿਵ ਜੀ ਦੇ ਮੰਦਿਰ ਦਾ ਦਰਸ਼ਨ ਕਰਨ ਨਹੀਂ ਆਏ, ਜੀਆਂ ਦਾ ਭਲਾ ਕਰਨ ਆਏ ਮਹਾਰਾਜ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਿਟਾਲੇ ਆਈ। ਜਦੋਂ ਸਤਿਗੁਰੂ ਜੀ ਨੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਮਹਾਰਾਜ ਦੀ ਯਾਦ ਵਿੱਚ ਵਿਦਿਆਮਾਨ ਹਜੂਰ, ਉੱਥੇ ਆ ਕਰਕੇ ਜਦੋਂ ਬੈਠੇ ਆ ਤੇ ਸਿੱਧ ਆਪੋ ਆਪਣੀਆਂ ਮੰਡਲੀਆਂ ਵਿੱਚ ਚਰਚਾ ਕਰ ਰਹੇ ਸੀ। ਜਦੋਂ ਸਤਿਗੁਰੂ ਜੀ ਆ ਕਰਕੇ ਬੈਠੇ ਤੇ ਭਾਈ ਸਾਹਿਬ ਕਹਿੰਦੇ, ਦਰਸ਼ਨ ਦੇਖਣ ਕਾਰਨੇ ਉਲਟ ਪਈ ਸਗਲੀ ਲੋਕਾਈ। ਮਹਾਰਾਜ ਦਾ ਦਰਸ਼ਨ ਕਰਨ ਨੂੰ ਸਾਰੀ ਦੁਨੀਆ ਟੁੱਟ ਕੇ ਪੈ ਗਈ। ਦਰਸ਼ਨ ਵੇਖ ਕੇ ਇੰਨਾ ਸੁੱਖ ਮਿਲਦਾ। ਸਿੱਧਾਂ ਨੇ ਖੁਣਸ ਖਾਧੀ, ਫਿਰ ਖੁਣਸ ਖਾ ਕੇ ਮਹਾਰਾਜ ਦੇ ਉੱਤੇ ਹਨੇਰੀ ਚਲਾਤੀ, ਬਹੁਤ ਜ਼ਿਆਦੀਆਂ ਤਾਕਤਾਂ ਵਿਖਾਈਆਂ। ਹਜੂਰ ਨੇ ਕਿਹਾ, ਭਾਈ ਮਰਦਾਨਿਆ ਰਬਾਬ ਛੇੜ। ਜਦੋਂ ਛੇੜੀ ਰਬਾਬ ਤੇ ਹਜੂਰ ਨੇ ਇਲਾਹੀ ਬਾਣੀ ਜਦੋਂ ਆਪਣੇ ਮੁਖ ਤੋਂ ਉਚਾਰੀ, ਸਭ ਤਾਕਤਾਂ ਸਮਾਪਤ ਕਰਤੀਆਂ ਸਿੱਧਾਂ ਦੀਆਂ। ਸਿੱਧਾਂ ਚੋਂ ਸ਼ਕਤੀ ਐ ਖਿੱਚ ਲਈ ਜਿਵੇਂ ਬਾਲਕ ਸਾਧ ਸੰਗਤ ਜੀ ਪੀਕ ਲਾ ਕਰਕੇ ਗਲਾਸ ਚੋਂ ਪਾਣੀ ਨਹੀਂ ਖਿੱਚ ਲੈਂਦੇ, ਇਸ ਤਰ੍ਹਾਂ ਮਹਾਰਾਜ ਨੇ ਸਾਰੀ ਸ਼ਕਤੀ ਸਿੱਧਾਂ ਦੀ ਖਿੱਚ ਲਈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਸ੍ਰਿਸ਼ਟੀ ਉਧਰਦੀ ਸੀ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਪਾਪੀਆਂ ਦਾ ਆਧਾਰ ਹੁੰਦਾ ਸੀ। ਹਜੂਰ ਫਰਮਾਉਂਦੇ ਹਨ, ਦਰਸ਼ਨ ਵੇਖਤ ਉਧਰਤ ਸ੍ਰਿਸ਼ਟ। ਦਰਸ਼ਨ ਹੀ ਵਾਹਿਗੁਰੂ ਦਾ ਐਸਾ ਹੈ, ਮਹਾਰਾਜ ਕਹਿੰਦੇ ਵੇਖ ਕਰਕੇ ਭਾਈ ਸ੍ਰਿਸ਼ਟੀ ਉਧਰਦੀ ਹੈ। ਪੂਰੇ ਗੁਰੂ ਜੀ ਦਾ ਦਰਸ਼ਨ ਵੇਖ ਕੇ ਉਧਰ ਜਾਂਦੇ ਆ ਜੀਵ। ਚਰਨ ਕਮਲ ਜਾ ਕੇ ਅਨੂਪ। ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਕੈਸੇ ਸੀ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ, ਦੱਸੋ ਆਪ। ਤੇ ਹਜੂਰ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਨੇ ਪਰਸੇ ਹੈ। ਚਰਨ ਕਮਲ ਜਾ ਕੇ ਅਨੂਪ, ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ। ਜਿਸ ਚਰਨਾਂ ਨੂੰ ਤੁਲਸਾ ਨੇ ਰਸਨਾ ਹੀ ਲਾਈ ਸੀ ਤੇ ਕਪਾਟ ਖੁੱਲ ਗਏ ਸੀ, ਬ੍ਰਹਮ ਗਿਆਨ ਹੋ ਗਿਆ ਸੀ। ਐਸੇ ਉਪਮਾ ਤੋਂ ਰਹਿਤ ਮੇਰੇ ਗੁਰੂਦੇਵ ਦੇ ਚਰਨ ਹਨ। ਨਿਰੰਕਾਰ ਦੇ ਨਾਮ ਰੂਪੀ ਇਹੋ ਜਿਹੇ ਚਰਨ ਹਨ ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਸਫਲ ਦਰਸ਼ਨ ਸੁੰਦਰ ਹਰ ਰੂਪ। ਸਫਲ ਹੈ ਦਰਸ਼ਨ ਕੀਤਾ ਹੋਇਆ, ਸਹਿਤ ਫਲ ਦੇ ਆ, ਬਿਰਥਾ ਨਹੀਂ ਜਾਂਦਾ। ਉਹ ਸੂਰਜ ਪ੍ਰਗਟ ਹੋ ਗਿਆ ਸੀ ਨਾ, ਉਹ ਜਿਹਨੇ ਦ੍ਰੋਪਦੀ ਨੇ ਬੁਲਾਇਆ ਸੀ, ਵਾਹਿਗੁਰੂ ਕੁੰਤੀ ਨੇ ਆਵਾਹਨ ਕੀਤਾ ਸੀ, ਉਹਨੂੰ ਦੁਰਵਾਸ਼ਾ ਨੇ ਮੰਤਰ ਦੇ ਛੱਡਿਆ ਸੀ
ਕਿ ਜਿਹੜੇ ਵੀ ਆਕਾਸ਼ ਵਿੱਚ ਦੇਵ ਨੂੰ ਬੁਲਾਏਂਗੀ ਇਸ ਮੰਤਰ ਦਾ ਜਾਪ ਕਰਕੇ ਉਹ ਤੇਰੇ ਕੋਲ ਆ ਜਾਊਗਾ। ਤੇ ਉਹ ਦਰਬਾਸ਼ਾ ਦੀ ਸੇਵਾ ਬੜੀ ਕੀਤੀ ਸੀ ਤੇ ਉਹਨੇ ਇੱਕ ਦਿਨ ਵੈਸੇ ਹੀ ਖਿਆਲ ਕਰ ਲਿਆ, ਆਪਣੇ ਮਹਿਲਾਂ ਦੇ ਛੱਤ ਤੇ ਚੜੀ ਨੇ ਕਿ ਭਲਾ ਮੰਤਰ ਪੜਾਂ ਸੀ, ਸ਼ਕਤੀ ਹੈਗੀ ਹੈ। ਉਹਨ ਮੰਤਰ ਪੜ੍ਹ ਕੇ ਸੂਰਜ ਦਾ ਆਵਾਹਨ ਕਰ ਲਿਆ। ਉਹ ਸੂਰਜ ਆ ਕੇ ਹਾਜ਼ਰ ਹੋ ਗਿਆ ਸਾਹਮਣੇ। ਕਹਿੰਦੀ ਹੁਣ ਬਸ ਦਰਸ਼ਨ ਕਰਨੇ ਸੀ ਮਹਾਰਾਜ। ਦੇਵਤਾ ਸੂਰਜ ਜੀ ਜਾਓ। ਕਹਿੰਦਾ ਮੈਂ ਆਇਆ ਤੇ ਖਾਲੀ ਨਹੀਂ ਜਾ ਸਕਦਾ, ਮੈਂ ਤਾਂ ਤੈਨੂੰ ਦਾਤ ਦੇ ਕੇ ਜਾਣੀ ਹੈ। ਉਹ ਕਹਿੰਦੀ ਮੈਨੂੰ ਕੋਈ ਲੋੜ ਨਹੀਂ। ਕਹਿੰਦਾ ਪਰ ਮੈਂ ਦੇ ਕੇ ਜਾਣੀ, ਮੈਂ ਆਪਣਾ ਧਰਮ ਕਿਵੇਂ ਛੱਡ ਸਕਦਾ। ਉਹਦੀ ਝੋਲੀ ਪੁੱਤਰ ਪਾ ਗਿਆ। ਦਾਨਵੀਰ ਕਰਨ ਸੂਰਿਆ ਪੁੱਤਰ ਰੋੜ ਦਿੱਤਾ ਸੀ ਉਹਨੇ ਫਿਰ ਨਮੋਸ਼ੀ ਕਰਕੇ ਕਿ ਕੁਵਾਰੀ ਆ, ਕਿਵੇਂ ਮੂੰਹ ਦਿਖਾਵਾਂਗੀ ਸਮਾਜ ਨੂੰ। ਉਹ ਦਿੱਤੀ ਹੋਈ ਦਾਤ ਨੂੰ ਰੋੜ ਛੱਡਿਆ ਸੀ। ਸਾਰੀ ਉਮਰ ਵਿਚਾਰਾ ਕਲੰਕਿਤ ਰਿਹਾ। ਅਖੀਰ ਤੇ ਮਰਨ ਲੱਗਿਆਂ ਨੂੰ ਕ੍ਰਿਸ਼ਨ ਜੀ ਨੇ ਦੱਸਿਆ ਕਿ ਤੂੰ ਪਾਂਡਵ ਪੁੱਤਰ ਹੈ, ਤੂੰ ਕੁੰਤੀ ਦਾ ਪੁੱਤਰ ਹੈ। ਤੇ ਇੱਕ ਦੇਵਤਾ ਕਹਿੰਦਾ ਮੈਂ ਖਾਲੀ ਨਹੀਂ ਜਾ ਸਕਦਾ, ਮੈਂ ਦੇ ਕੇ ਹੀ ਜਾਣਾ ਸਭ ਕੁਝ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਤੇ ਆਇਆ, ਕਿਵੇਂ ਖਾਲੀ ਮੁੜ ਜਾਏਗਾ ਸਾਧ ਸੰਗਤ ਜੀ ਦੱਸੋ। ਇੱਕ ਸੂਰਿਆ ਦੇਵ ਕਹਿੰਦਾ ਕਿ ਮੈਂ ਧਰਮ ਹੈ ਮੇਰਾ, ਮੈਂ ਦਾਤ ਦੇਣੀ ਦੇਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਪ੍ਰਣ ਹੈ ਸਾਡਾ, ਜੇ ਚਰਨਾਂ ਨਾਲ ਜੁੜ ਗਿਓ ਤੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਜੇ ਤੈਨੂੰ ਸਾਡੇ ਨਾਲ ਪ੍ਰੇਮ ਪੈ ਗਿਆ ਤੇ ਮਹਾਰਾਜ ਕਹਿੰਦੇ ਨੇ ਸਾਰਾ ਸੰਸਾਰ ਤੇਰੇ ਉਲਟ ਹੋ ਜਾਏ, ਤੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕੇਗਾ। ਐਸੀ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਰਦੇ ਆ। ਤਾਂ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ, ਸਫਲ ਦਰਸ਼ਨ ਸੁੰਦਰ ਹਰ ਰੂਪ। ਸਫਲ ਦਰਸ਼ਨ, ਸਫਲ ਹੈ ਦਰਸ਼ਨ ਮੇਰੇ ਵਾਹਿਗੁਰੂ ਦਾ, ਸੁੰਦਰ ਹਰ ਰੂਪ। ਮਹਾਰਾਜ ਕਹਿੰਦੇ ਆ ਕਿ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਕੈਸਾ ਸੁੰਦਰ ਸਰੂਪ ਸਤਿਗੁਰੂ ਜੀ ਆਪਣੀ ਬਾਣੀ ਵਿੱਚ ਕਹਿੰਦੇ ਆ ਕਿ ਦੱਸਿਆ ਹੀ ਨਹੀਂ ਜਾ ਸਕਦਾ। ਸਫਲ ਦਰਸ਼ਨ, ਸਹਿਤ ਫਲ ਦੇ ਹੈ ਦਰਸ਼ਨ। ਜੋ ਵੀ ਆ ਕਰਕੇ ਮੰਗ ਲਏਗਾ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਕਰਕੇ, ਚੋਰ ਨੇ ਚੋਰੀਆਂ ਕਰਨੀਆਂ ਮੰਗੀਆਂ ਸੀ ਉਹੋ ਹੀ ਪੂਰੀਆਂ ਹੋਈਆਂ। ਮਹਾਰਾਜ ਨੇ ਪੰਜਵੀਂ ਜਦੋਂ ਉਹਨੇ ਕੀਤੀ, ਹਜੂਰ ਨੇ ਸੱਦ ਲਿਆ ਕੋਲ। ਮਹਾਰਾਜ ਕਹਿੰਦੇ ਚੌਥੀ ਤਾਂ ਚਾਰ ਤਾਂ ਮੰਨੀਆਂ ਸੀ, ਉਹ ਪੰਜਵੀਂ ਵੀ ਕਰ ਲਈ। ਲੋਭ ਤੇ ਟਿਕਿਆ ਨਹੀਂ ਫਿਰ ਤੂੰ, ਕਿਹੜਾ ਦੱਸੋ ਸੰਕਲਪ ਖਾਲੀ ਜਾਂਦਾ ਹੈ। ਸਤਿਗੁਰਾਂ ਜੀ ਦਾ ਕੀਤਾ ਦਰਸ਼ਨ ਸਹਿਤ ਫਲ ਦੇ ਹੈ। ਹਰੀ ਦਾ ਰੂਪ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਦੇ ਬਿਰਥੇ ਨਹੀਂ ਜਾਂਦੇ। ਧੰਨ ਸੇਵਾ ਸੇਵਕ ਪਰਵਾਨ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਸੇਵਾ ਕੀਤੀ ਹੈ, ਸੇਵਕ ਬਣ ਕੇ ਤੇ ਪ੍ਰਵਾਨ ਚੜ ਗਏ ਸੱਚੇ ਪਾਤਸ਼ਾਹ ਦੇ ਦਰ ਤੇ। ਧੰਨ ਗੁਰੂ ਅੰਗਦ ਸਾਹਿਬ ਜੀ ਪ੍ਰਵਾਨ ਚੜ ਗਏ, ਧੰਨ ਬਾਬਾ ਬੁੱਢਾ ਸਾਹਿਬ ਜੀ ਪ੍ਰਵਾਨ ਚੜ ਗਏ। ਮਹਾਰਾਜ ਕਹਿੰਦੇ ਧੰਨ ਸੇਵਕ ਸੇਵਾ ਪ੍ਰਵਾਨ। ਸੇਵਕ ਵੀ ਧੰਨ ਮੈਂ, ਉਹਦੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੈ। ਭਾਈ ਦਇਆ ਸਿੰਘ ਜੀ ਨੂੰ ਧੰਨ ਨਹੀਂ ਕਹਾਂਗੇ। ਮਹਾਰਾਜ ਨੇ ਸਿਰ ਮੰਗਿਆ ਸੀ, ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਆਖਿਆ ਮਹਾਰਾਜ ਮੇਰਾ ਸਿਰ ਹਾਜ਼ਰ ਹੈ। ਇੱਕ ਮਹਾਰਾਜ ਨੇ ਗਾਟਾ ਲਾ ਕੇ ਰੱਖ ਦਿੱਤਾ ਸੀ ਸ੍ਰੀ ਸਾਹਿਬ ਦੇ ਨਾਲ। ਧੰਨ ਸੇਵਕ ਸੇਵਾ ਪ੍ਰਵਾਨ, ਉਹਦੀ ਕੀਤੀ ਸੇਵਾ ਵੀ ਪ੍ਰਵਾਨ ਹੈ। ਧੰਨ ਹਨ ਪੰਜ ਪਿਆਰੇ ਜਿਨ੍ਹਾਂ ਨੇ ਸੇਵਾ ਕੀਤੀ ਹੈ। ਖਾਲਸੇ ਦਾ ਸਿਰਜਣਾ ਦਿਵਸ ਆ ਰਿਹਾ ਹੈ, ਸੰਗਰਾਂਦ ਦਾ ਦਿਨ ਹੈ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੀ ਬਖਸ਼ਿਸ਼ ਰਹਿਮਤ ਕੀਤੀ ਹੈ। ਗਰੀਬ ਨਵਾਜ ਫਰਮਾਉਂਦੇ ਹਨ, ਧੰਨ ਸੇਵਾ ਸੇਵਕ ਪਰਵਾਨ। ਧੰਨ ਹਨ ਉਹ ਸੇਵਕ, ਉਹਨਾਂ ਦੀ ਕੀਤੀ ਸੇਵਾ ਪ੍ਰਵਾਨ ਚੜ੍ਹਦੀ ਹੈ, ਜਿਹੜੇ ਪ੍ਰੇਮ ਨਾਲ ਸੇਵਾ ਕਰਦੇ ਹੋਏ ਕੁਝ ਮੁੱਲ ਨਹੀਂ ਮੰਗਦੇ। ਭਾਈ ਕਨਈਆ ਜੀ ਨੇ ਕੁਝ ਮੁੱਲ ਮੰਗਿਆ ਸੀ, ਆਖਿਆ ਨਹੀਂ ਮਹਾਰਾਜ ਆਪ ਦੇ ਦਰਸ਼ਨਾਂ ਵਿੱਚ ਹੀ ਸਭ ਕੁਝ ਵਸਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 10 ਜੋ ਕਹੇ ਉਹ ਦੇ ਦਈਏ, ਤਰਲੋਕੀ ਦਾ ਰਾਜ ਦੇ ਦਈਏ। ਭਾਈ ਮਾਨ ਸਿੰਘ ਨੂੰ ਫੱਟ ਲੱਗੇ ਹੋਏ ਮਹਾਰਾਜ ਨੇ ਗੋਡੇ ਤੇ ਲਾ ਕੇ ਉਹਦਾ ਸਿਰ ਤੇ ਆਖਿਆ ਸੀ, ਹੱਥ ਜੋੜ ਕੇ ਭਾਈ ਮਾਨ ਸਿੰਘ ਨੇ ਆਖਿਆ ਮਹਾਰਾਜ ਆਪ ਦੀ ਗੋਦ ਤੋਂ ਵੱਡਾ ਕੋਈ ਤਰਲੋਕੀ ਦਾ ਰਾਜ ਨਹੀਂ ਹੋ ਸਕਦਾ। ਜਿਹਨੂੰ ਬਾਜਾਂ ਵਾਲੇ ਸਤਿਗੁਰਾਂ ਦੀ ਗੋਦ ਮਿਲ ਜਾਵੇ, ਤਰਲੋਕੀ ਦਾ ਰਾਜ ਕੀ ਹੈ ਉਹਦੇ ਅੱਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਧੰਨ ਸੇਵਾ ਸੇਵਕ ਪਰਵਾਨ। ਧੰਨ ਹਨ ਉਹ ਸੇਵਕ, ਉਹਨਾਂ ਦੀ ਸੇਵਾ ਪ੍ਰਵਾਨ ਹੈ ਜਿਨ੍ਹਾਂ ਨੇ ਪ੍ਰੀਤ ਲਾ ਕਰਕੇ ਸੇਵਾ ਕੀਤੀ ਹੈ ਹਜੂਰ ਦੇ ਕੋਲ। ਅੰਤਰਜਾਮੀ ਪੁਰਖ ਪ੍ਰਧਾਨ। ਅੰਤਰਜਾਮੀ ਹੈ ਮੇਰਾ ਵਾਹਿਗੁਰੂ, ਪੁਰਖ ਪੂਰਨ ਹੈ, ਸਭ ਥਾਵਾਂ ਦੇ ਉੱਤੇ ਪ੍ਰਧਾਨ ਮੁਖੀ ਹੈ। ਅੰਤਰਜਾਮੀ ਨੇ ਗੁਰੂ ਨਾਨਕ ਸਾਹਿਬ ਜੀ, ਅਕਾਲ ਪੁਰਖ ਵਾਹਿਗੁਰੂ ਦਾ ਸੂਪ ਹਨ, ਪ੍ਰਧਾਨ ਹਨ ਸੱਚੇ ਪਾਤਸ਼ਾਹ ਮਹਾਰਾਜ। ਸਭ ਤੋਂ ਵੱਡਾ ਅਵਤਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ। ਜਿਸ ਮਨ ਬਸਾ ਸੋ ਹੋਤ ਨਿਹਾਲ। ਜਿਹਦੇ ਮਨ ਵਿੱਚ ਵਸ ਜਾਂਦਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼, ਹਜੂਰ ਕਹਿੰਦੇ ਹੋਤ ਨਿਹਾਲ,
ਉਹ ਨਿਹਾਲ ਹੋ ਜਾਂਦਾ ਏ। ਤਾਂ ਕਾ ਨਿਕਟ ਨ ਆਵਤ ਕਾਲ, ਧੰਨ ਸੱਚੇ ਪਾਤਸ਼ਾਹ। ਤਾਂ ਕਾ ਨਿਕਟ ਨ ਆਵਤ ਕਾਲ, ਉਹਦੇ ਨਾਲ ਕਾਲ ਵੀ ਨੇੜੇ ਨਹੀਂ ਆਉਂਦਾ। ਮੌਤ ਵੀ ਉਹਨੂੰ ਵੇਖ ਕੇ ਥਰ ਥਰ ਕੰਬਦੀ ਹੈ ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧਿਆਂ ਨੂੰ। ਤਾਂ ਕਾ ਨਿਕਟ ਨਾ ਆਵਤ ਕਾਲ, ਉਹਦੇ ਨੇੜੇ ਕਾਲ ਨਹੀਂ ਆਉਂਦਾ, ਮੌਤ ਵੀ ਉਹਦੇ ਨੇੜੇ ਨਹੀਂ ਆ ਸਕਦੀ, ਅਮਰ ਹੋ ਜਾਂਦੇ ਹਨ। ਅਮਰ ਭਏ ਅਮਰਾ ਪਦ ਪਾਇਆ, ਮਰਨ ਤੋਂ ਰਹਿਤ ਹੋ ਗਏ ਤੇ ਅਟਲ ਪਦਵੀ ਨੂੰ ਮਹਾਰਾਜ ਕਹਿੰਦੇ ਭਾਈ ਉਸ ਸਿੱਖ ਨੇ ਪਾ ਲਿਆ ਜਿਨ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹਿਰਦੇ ਵਿੱਚ ਪਾ ਲਿਆ, ਕਮਾ ਲਿਆ, ਸੱਚੇ ਪਾਤਸ਼ਾਹ ਨਾਲ ਪ੍ਰੇਮ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਮਰ ਭਏ ਅਮਰਾ ਪਦ ਪਾਇਆ। ਅਮਰ ਮਰਨ ਤੋਂ ਰਹਿਤ ਹੋ ਗਏ ਤੇ ਅਮਰਾ ਪਦ ਅਟਲ ਪਦਵੀ, ਅਬਨਾਸੀ ਪਦ ਉਹ ਉਹਨਾਂ ਨੇ ਪਾ ਲਿਆ, ਨਿਹਾਲ ਹੋ ਗਏ। ਸਾਧ ਸੰਗ ਨਾਨਕ ਹਰ ਧਿਆਇਆ। ਮਹਾਰਾਜ ਇਹ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਸਾਧ ਸੰਗ ਨਾਨਕ ਹਰ ਧਿਆਇਆ। ਸਾਧੂਆਂ ਦੀ ਸੰਗਤ ਵਿੱਚ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਨੂੰ ਧਿਆਇਆ ਨਾ, ਉਹਨਾਂ ਨੇ ਅਮਰ ਭਏ ਅਮਰਾ ਪਦ ਪਾਇਆ। ਮਰਨ ਤੋਂ ਰਹਿਤ ਹੋ ਕਰਕੇ ਅਟਲ ਪਦਵੀ ਨੂੰ ਪਾ ਲਿਆ। ਜਿਨ੍ਹਾਂ ਨੇ ਸਾਧ ਰੂਪ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਨੂੰ ਧਿਆਇਆ ਹੈ, ਪਰਮੇਸ਼ਰ ਨੂੰ ਧਿਆਇਆ ਹੈ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਅੱਜ ਪਹਿਲਾ ਦਿਨ ਹੈ ਜਦੋਂ ਅਸ਼ਟਪਦੀ ਇੱਕੇ ਦਿਨ ਵਿੱਚ ਸੰਪੂਰਨ ਮਹਾਰਾਜ ਜੀ ਨੇ ਕਰਾਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਤੇ ਤਕਰੀਬਨ 5 ਮਿੰਟ 9 ਵਜੇ ਤੋਂ ਉੱਤੇ ਹੋਏ ਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਰਹਿਮਤ ਕਰਨ, ਮਹਾਰਾਜ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਮਹਾਰਾਜ ਬਖਸ਼ ਲੈਣੀਆਂ, ਸਮਤ ਬਖਸ਼ਣੀ, ਆਪਣੇ ਚਰਨਾਂ ਦਾ ਪਿਆਰ ਬਖਸ਼ਣਾ, ਸੋਝੀ ਦੇਣੀ। ਸੱਚੇ ਪਾਤਸ਼ਾਹ ਸੰਗਤ ਦੇ ਚਰਨਾਂ ਦੀ ਧੂੜ ਮਨ ਹੋ ਜਾਵੇ। ਗਰੀਬ ਨਵਾਜ ਸਤਿਗੁਰੂ ਰਹਿਮਤ ਕਰਨ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।